मन लाग गुर चरनी ताका मन लाग। नीता का मन लाग। ओए उथे लगा ही एक हिंदी च लगा एक करना स्पीच लीडर हुण एह्दा पता नहीं लगता की करदा। स्पीच करन लगा ते कहंदा भैणो भराओ माईओ बजुर्गो ते इनू लाया नौ लत्त कहंदा वो तुहाडी मां दी पई है करंट पई कहंदा तुहाडी मां दी सीधा कर लगा ना फिर आपे वो करंट पै गया। पहले सारे दे नाम ले ले। चलो तुम खुश तो हो गए हो ना भावें चलो किसी तरीके नाल होए अस्से तो है हो ना। मेरा तो मकसद तुहानूं हसाण दा ताकि थोड़ी बहुती थोड़े अंदरों जी पाप जी निकल जाए तो चलो थोड़ा सुखी हो जाओ। और की है तो जे अंदर ही रही तो अंदर ही गड़कती रही हैगी। आहो तौड़ी वाला लेखा। मैं सवेरे इन्हें अगे सवाल पाया ही जोड़े मेरे नाल बंदे गए। चलो आप है तो रखड़ी का दिन है ना अज आप गल्लां कर लीए तद की है। हाँ जी हसना खेडना ही होंदा ना। मैं ना अगे सवाल पाया है भी तुसीं दसो भी मिठी चीज़ किहड़ी है दुनिया च जिहदे नाल जी अकदा नहीं थकदा नहीं वो दसो किहड़ी है। तो इन्हें किसी ने दसिया नहीं सानू कुछ भी कि तुहानूं किसी नूं पता तुसीं दस दो है नाम भी नहीं हैगा। ये भी छड्डिए बंदा चली जाता है कई छड़ दिता है। इत्थे जीत सिंह ने कहा मैं 7 साल नाम जपिया तो फिर मैं छड़ दिता। नाम की है नाम सतगुर की शरण है। तो सतगुर की शरण छड़ दी तो नाम छड़ दिता। नाम कित्थे रहा फिर होर कोई दसो होर कोई दसो। ये भी किसी वेले नहीं पूरी रहिंदी ये भी किसी वेले कौड़ी हो जाती है। होर कोई दसो हैं इन्हां हैं की हैं आ दसो की दसिया गुड़ वो भी जिन्ने चिर खाओ इन्ने चिर ही मुड़िए वो भी अक्की जाता बंदा। ज़्यादा नहीं खादा जाता। जिहड़ी ज़्यादा चीज़ खाधी जाती है वो दसो। साढ़े उत्थे आई डेरे एक जंज मराशी ले वे तमाशा करन अपनिया नकलां ले वे करन। साढ़े कोल एक बिजली वाला बंदा रहिंदा ਉਹਦਾ नाम भी असी मराशी है पाए दा। वो भी ले पे नकलां करन। एक लगा उन्होंने पुछन ये मिठी चीज़ केड़ी होंदी है। सेब होंदे है नहीं नहीं। और अंगूर होंदे है नहीं वो भी नहीं। मरूद वो भी नहीं। उन्होंने सारिया चीज़ां दसियां। फिर
ਜਿਹਦੇ ਨਾਲ ਬੰਦਾ ਅੱਕਦਾ ਨਹੀਂ ਹੈਗਾ। ਸਵਾਦ ਆਈ ਜਾਵੇ, ਤੁਰੀ ਜਾਵੇ। ਇਹ ਉਹ ਕੀ ਹੈ? ਇਹ ਖੁਰਕ। ਖੁਰਕੀ ਜਾਵੇ, ਬੰਦਾ ਕਦੇ ਨਹੀਂ ਅੱਕਦਾ ਹੈਗਾ। ਨਹੀਂ, ਤੁਸੀਂ ਦੇਖੋ, ਬੰਦਾ ਜਿੰਨੇ ਚਿਰ ਮਰਜ਼ੀ ਖੁਰਕੀ ਜਾ ਅੱਕਦਾ ਤਾਂ ਨਹੀਂ। ਹੋਰ ਉਹ ਕਹਿੰਦਾ ਖੁਰਕ ਹੈ। ਨਹੀਂ, ਠੀਕ ਨਹੀਂ ਹੈਗੀ ਨਾ। ਠੀਕ ਸਵਾਲ ਕਿ ਨਹੀਂ ਹੈ ਨਾ? ਤੁਸੀਂ ਦੱਸੋ। ਇਹ ਬੰਦਾ ਜਿਹੜੇ ਖੁਰਕਣ ਲੱਗਦਾ ਸੀ ਹਟਦਾ ਹੀ ਨਹੀਂ। ਤੇ ਹੈ ਨਾ ਸਭ ਤੋਂ ਮਿੱਠਾ। ਫਿਰ ਭਾਵੇਂ ਪਿੰਡੇ 'ਚੋਂ ਲਹੂ ਨਿਕਲੀ ਜਾਵੇ, ਛੱਡੂ ਨਹੀਂ ਵੈਸੇ। ਹੁਣ ਪੜ੍ਹਨਾ ਜੀ? ਚੱਲ ਪੜ੍ਹ ਲੈ ਫਿਰ। ਅਸੀਂ ਤਾਂ ਸਫ਼ਰ ਕਰੀ ਆਏ ਹਾਂ ਕਿੰਨਾ ਬੜਾ। ਇਹ ਤਾਂ ਨਹੀਂ ਭਰਦਾ ਤੁਸੀਂ? ਇਹ ਗੱਲ ਤਾਂ ਨਹੀਂ ਭਰੀ ਹੈਗੀ ਨਾ ਯਾਰ? ਇਹ ਨਾ ਭਰਿਓ ਵੀ। ਪੜ੍ਹੋ। ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਲਿਆਣ ਮਹੱਲਾ ਚੌਥਾ। ਰਾਮ ਹਮ ਦਾਸਨ ਦਾਸ ਕਰੀ ਜੈ, ਰਾਮ ਹਮ ਦਾਸਨ ਦਾਸ ਕਰੀ ਜੈ। ਇਹ ਬਾਣੀ ਮਹਾਰਾਜ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੀ ਹੈ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਜਦ ਸੰਤ ਮਹਾਂਪੁਰਖ ਦੁਨੀਆ 'ਚ ਆਉਂਦੇ ਹੈ, ਉਹ ਆਪਣੇ ਮੁਰਸ਼ਿਦ ਪਾਸੋਂ ਸੁੱਖ ਮੰਗਦੇ। ਜੋ ਵੀ ਮੰਗਣਗੇ ਉਹ ਸੁੱਖ ਵਾਲੀ ਵਸਤੂ ਮੰਗਣਗੇ, ਦੁੱਖ ਵਾਲੀ ਨਹੀਂ ਮੰਗਣਗੇ। ਇਹ ਦੁਨੀਆ ਦੇ ਵਿੱਚ ਜਿਤਨਾ ਵੀ ਮਟੀਰੀਅਲ ਹੈ, ਇਹ ਸਾਰਾ ਦੁੱਖ ਵਾਲਾ ਹੈ। ਨਾ ਹਮੇਸ਼ਾ ਕਿਸੇ ਪਾਸ ਰਹਿੰਦਾ ਹੈ ਅਤੇ ਨਾ ਇਹ ਰਹਿਣਾ ਹੈ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ, ਐ ਰਾਮ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਦੇ। ਕੁਛ ਨਹੀਂ ਮੰਗਿਆ, ਨਾ ਕੋਈ ਮਾਇਆ ਮੰਗੀ, ਪਰਿਵਾਰ ਨਹੀਂ ਮੰਗਿਆ, ਮਾਣ ਵਡਿਆਈ ਨਹੀਂ ਮੰਗੀ। ਕੋਈ ਚੀਜ਼ ਵੀ ਹਮੇਸ਼ਾ ਵਾਸਤੇ ਸੁੱਖ ਨਹੀਂ ਦਿੰਦੀ। ਦਾਸਾਂ ਦੇ ਦਾਸ ਬਣਨਾ, ਇਹਦੇ ਵਿੱਚ ਸੁੱਖ ਹੈ। ਔਰ ਜਿਨ੍ਹਾਂ ਸੰਤਾਂ ਨੂੰ ਜਿੱਥੋਂ ਸੁੱਖ ਮਿਲਿਆ, ਉਹੀ ਉਹਨਾਂ ਬਾਣੀ ਵਿੱਚ ਲਿਖ ਦਿੱਤਾ ਹੈ। ਦਾਸਾਂ ਦੇ ਦਾਸ ਬਣਨ ਵਾਸਤੇ ਕੁਛ ਟਾਈਮ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਅੱਗੇ ਵੀ ਕਈ ਵਾਰ ਦੱਸਿਆ ਹੈ ਕਿ ਹਰ ਇੱਕ ਚੀਜ਼ ਕੋਈ ਵੀ ਬੰਦਾ ਬਣਾਉਂਦਾ ਹੈ, ਉਸ ਨੂੰ ਟਾਈਮ ਲੱਗਦਾ ਹੈ। ਇੱਕ ਮਕਾਨ ਹੀ ਅਸੀਂ ਬਣਾਉਂਦੇ ਹਾਂ, ਉਸ ਨੂੰ ਟਾਈਮ ਲੱਗਦਾ ਹੈ। ਕੋਈ ਹੋਰ ਗਹਿਣਾ ਬਣਾਉਂਦੇ ਹਾਂ, ਉਸ ਨੂੰ ਟਾਈਮ ਲੱਗਦਾ ਹੈ। ਕਿਸੇ ਪੌਦੇ ਦਾ ਅਸੀਂ ਫਲ ਖਾਣਾ ਚਾਹੁੰਦੇ ਹਾਂ, ਉਹਨੂੰ ਵੀ ਟਾਈਮ ਲੱਗਦਾ ਹੈ। ਦਾਸਾਂ ਦੇ ਦਾਸ ਬਣਨ ਵਾਸਤੇ ਵੀ ਟਾਈਮ ਲੱਗਦਾ ਹੈ। ਗੁਰੂ ਸਾਹਿਬ ਜੀ ਅੱਗੇ ਫਰਮਾਉਣਗੇ ਕਿ ਤੂੰ ਕਿਸ ਤਰ੍ਹਾਂ ਬਣ ਸਕਦਾ ਦਾਸਾਂ ਦਾ ਦਾਸ, ਕਿਸ ਕੰਮ ਨਾਲ ਬਣ ਸਕਦਾ, ਕੀ ਕਰਨਾ ਚਾਹੀਦਾ ਹੈ। ਹਾਂਜੀ। ਰਾਮ ਹਮ ਦਾਸਨ ਦਾਸ ਕਰੀ ਜੈ, ਜਬ ਲਗ ਸਾਂਸ ਹੋਏ ਮਨ ਅੰਤਰ, ਸਾਧੂ ਤੂਰ ਪਵੀ ਜੈ। ਗੁਰੂ ਸਾਹਿਬ ਜੀ ਦੇਖੋ ਕਿੱਡੀ ਲੰਮੀ ਮਨਿਆਦ ਦੱਸ ਰਹੇ ਹੈ ਕਿ ਜਦ ਤੱਕ ਤੇਰੇ ਸਰੀਰ ਦੇ ਵਿੱਚ ਸਵਾਸ ਨੇ,
ਇੰਨੇ ਚਿਰ ਤੂੰ ਸਾਧੂ ਧੂੜ, ਸਾਧੂ ਦੀ ਧੂੜੀ ਕਿਹੜੀ ਹੈ? ਉਹ ਸ਼ਬਦ, ਉਹ ਸ਼ਬਦ ਦੀ ਕਮਾਈ ਕਰ, ਮਿਹਨਤ ਕਰ। ਧੂੜੀ ਇਹ ਨਹੀਂ ਕਿ ਜਿਹੜੀ ਆਮ ਸਾਧੂ ਮਿੱਟੀ ਸੁਆਹ ਦਿੰਦੇ ਹੈ, ਇਹ ਧੂੜੀ ਨਹੀਂ ਹੈਗੀ। ਉਹ ਸੰਤ ਕੀ ਧੂੜ ਕਰੇ ਪੁਨੀਤਾ, ਸੰਤਾਂ ਦੀ ਧੂੜੀ ਜਿਹੜੀ ਹੈ ਉਹ ਪਵਿੱਤਰ ਕਰ ਦਿੰਦੀ ਹੈ। ਕਈ ਵਾਰ ਅੱਗੇ ਵੀ ਦੱਸਿਆ ਕਿ ਇੱਕ ਮਹਾਤਮਾ ਸੀ, ਉਹਦੀ ਕੁਠੀਆ ਦੇ ਲਾਗੇ ਜਿੱਦਣੇ ਉਹ ਆਉਂਦਾ ਜਾਂਦਾ ਸੀ, ਕਿਸੇ ਨਿੰਦਕ ਨੇ ਦੁਕਾਨ ਪਾ ਲਈ। ਪਰ ਦੁਕਾਨ ਜਿਹੜੀ ਪਾਈ ਉਹਦਾ ਉਹ ਪੇਸ਼ਾ ਨਹੀਂ ਸੀ, ਜੋ ਕੁਛ ਉਹਨੇ ਰੱਖਿਆ ਉੱਥੇ। ਆਉਂਦੇ ਜਾਂਦੇ ਸੰਤਾਂ ਦਾ ਉਹ ਉਹਨਾਂ ਦੀ ਨਿੰਦਿਆ ਕਰਿਆ ਕਰੇ। ਆਖਰ ਟਾਈਮ ਜਦ ਉਸ ਦਾ ਆਇਆ, ਜਮਦੂਤ ਆ ਗਏ। ਜਮਦੂਤ ਉਹਦੀ ਰੂਹ ਨੂੰ ਕੱਢ ਕੇ ਲੈ ਗਏ। ਜਦ ਧਰਮਰਾਜ ਨੇ ਲੇਖਾ ਕੀਤਾ ਤਾਂ ਕੋਈ ਵੀ ਨੇਕ ਪਾਕ ਕੰਮ ਨਹੀਂ ਨਿਕਲਿਆ। ਜਦ ਸੰਤਾਂ ਦੀ ਨਿੰਦਿਆ ਹੀ ਹੈ ਤੇ ਉਹ ਇਹ ਤੋਂ ਬੜਾ ਜ਼ੁਲਮ ਹੈ ਵੀ ਕੀ ਹੈ। ਜਿਤਨੇ ਮਰਜ਼ੀ ਹੋਰ ਅਸੀਂ ਦਾਨ ਪੁੰਨ ਕਰ ਲਈਏ, ਤੀਰਥ ਯਾਤਰਾ ਕਰ ਲਈਏ ਜਾਂ ਹੋਰ ਕੁਛ ਕਰ ਲਈਏ, ਜੇ ਅਸੀਂ ਨਿੰਦਿਆ ਕਰਦੇ ਹਾਂ ਤਾਂ ਸਭ ਕੁਝ ਫਨਾ ਹੈ। ਨਰਕਾਂ 'ਚ ਸੁੱਟ ਦਿੱਤਾ, ਨਰਕਾਂ ਦੀ ਸਜ਼ਾ ਦੇ ਦਿੱਤੀ। ਜਦੋਂ ਉਹ ਨਰਕਾਂ ਵਿੱਚ ਗਿਆ ਤਾਂ ਸਾਰੇ ਨਰਕ ਠੰਡੇ ਹੋ ਗਏ। ਜਿਤਨੀਆਂ ਵੀ ਰੂਹਾਂ ਸੀਆਂ ਬੜੇ ਆਰਾਮ ਨਾਲ ਬੈਠ ਗਈਆਂ। ਨਰਕਾਂ ਦੇ ਮੁਖਤਿਆਰ ਨੇ ਪੁੱਛਿਆ, ਭਾਈ ਇਹ ਕਿਸੇ ਮਹਾਤਮਾ ਨੂੰ ਤੇ ਨਹੀਂ ਤੁਸੀਂ ਲਿਆਏ ਇੱਥੇ? ਇਹਦੇ ਸਾਰੇ ਨਰਕ ਠੰਡੇ ਹੋ ਗਏ ਹੈ। ਇਹਦਾ ਫਿਰ ਹਿਸਾਬ ਕਰੋ। ਫਿਰ ਹਿਸਾਬ ਕੀਤਾ। ਫਿਰ ਉਹਨਾਂ ਦੱਸਿਆ, ਮਹਾਰਾਜ ਅਸੀਂ ਇੱਕ ਗੱਲ ਨਹੀਂ ਲਿਖ ਸਕੇ ਕਿ ਇੱਕ ਮਹਾਂਪੁਰਖ ਦੀ ਦੁਕਾਨ ਦੇ ਕੋਲੋਂ ਲੰਘਦੇ ਸਨ। ਇਹ ਨਿੰਦਿਆ ਕਰਦਾ ਹੁੰਦਾ ਸੀ। ਉਹਨਾਂ ਦੀ ਜਿਹੜੀ ਹਵਾ ਸੀ, ਟੱਕਰ ਖਾ ਕੇ ਉਹਨਾਂ ਦੇ ਨਾਲ ਹਵਾ ਲੱਗਦੀ ਸੀ ਇਸ ਨੂੰ, ਉਹ ਇਹਨੂੰ ਪਵਿੱਤਰ ਕਰ ਗਈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਜਿਹੜੀ ਰੂੜੀਆਂ ਤੋਂ ਹਵਾ ਜਾਂਦੀ ਹੈ ਉਹਦੇ ਵਿੱਚ ਬੰਦੇ ਨੂੰ ਕਿੰਨਾ ਚੈਨ ਆਉਂਦਾ ਹੈ। ਜਿਹੜੀ ਬਗੀਚਿਆਂ ਦੇ ਵਿੱਚੋਂ ਲੰਘਦੀ ਹੈ ਉਹਦੇ ਵਿੱਚੋਂ ਕਿਤਨੀ ਖੁਸ਼ੀ ਆਉਂਦੀ ਹੈ। ਸਾਡੇ ਅੰਦਰ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਦੀਆਂ ਰੂੜੀਆਂ ਨੇ। ਸਾਡੀ ਹਵਾ ਜਿਹੜੀ ਆ ਉਹ ਕੋਈ ਕੰਮ ਨਹੀਂ ਦਿੰਦੀ। ਜਿਨ੍ਹਾਂ ਸੰਤਾਂ ਦੇ ਅੰਦਰ ਉਹ ਸ਼ਬਦ ਦੀ ਤਾਕਤ ਹੈ, ਇਹਨਾਂ ਰੂੜੀਆਂ ਨੂੰ ਖਤਮ ਕੀਤਾ ਹੈ, ਅੰਦਰ ਪਵਿੱਤਰਤਾ ਹੀ ਆ ਗਈ ਹੈ। ਉਹਨਾਂ ਦੇ ਨਾਲ ਜਿਹੜੀ ਟੱਕਰ ਖਾ ਕੇ ਹਵਾ ਦੂਸਰੇ ਨੂੰ ਲੱਗੇਗੀ, ਉਸ ਨੂੰ ਉਹ ਫਾਇਦਾ ਦੇਗੀ। ਉਹਨੂੰ ਧੂੜੀ ਕਿਹਾ ਹੈ। ਸੰਤ ਕੀ ਧੂੜੀ ਕਰੇ ਪਨੀਤਾ। ਸੰਤ ਦੀ ਧੂੜੀ ਜਿਹੜੀ ਹੈ ਉਹ ਪਵਿੱਤਰ ਕਰ ਦੇਗੀ। ਉਸ ਨੂੰ ਧੂੜੀ ਕਿਹਾ ਹੈ ਕਿ ਅੰਦਰ ਸ਼ਬਦ ਦੀ ਤਾਕਤ ਆ ਗਈ। ਇਹ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਦੀਆਂ ਰੂੜੀਆਂ ਜਿਹੜੀਆਂ ਇਹ ਖਤਮ ਹੋ ਗਈਆਂ। ਬਦਬੂ ਖਤਮ ਹੋ ਗਈ। ਖੁਸ਼ਬੋਈ ਅੰਦਰ ਆ ਗਈ। ਖੁਸ਼ਬੋਈ ਹੌਲੀਏ ਪਕੰਬਰ ਜਿਹੜੇ ਹੋਏ ਹੈ ਉਹਨਾਂ ਦੇ ਵਿੱਚ ਵੀ ਆ ਗਈ ਬੰਦਗੀ ਨਾਲ। ਕਈ ਵਾਰ ਅੱਗੇ ਵੀ ਦੱਸਿਆ ਕਿ ਨਿਜ਼ਾਮੁਦੀਨ ਹੌਲੀਆ, ਉਹਦੇ ਪਾਸ ਕੋਈ ਆਇਆ ਬੰਦਾ ਮਾਇਆ ਮੰਗਣ ਵਾਸਤੇ, ਤਾਂ ਮਾਇਆ ਉਹਨਾਂ ਦੇ ਪਾਸ ਉਸ ਵਕਤ ਹੈ ਨਹੀਂ ਸੀ। ਉਹਨਾਂ ਉਸ ਨੂੰ ਜੁੱਤੀ ਦੇ ਦਿੱਤੀ। ਹੁਣ ਉਹ ਜੁੱਤੀ ਦੇ ਵਿੱਚੋਂ ਉਹ ਮਹਿਕ ਆ ਰਹੀ ਸੀ, ਖੁਸ਼ਬੋਈ ਆ ਰਹੀ ਸੀ। ਜਿਸ ਰਸਤੇ ਉਹ ਜਾ ਰਿਹਾ ਸੀ ਉੱਧਰ ਦਾ ਹਵਾ ਦਾ ਰੁਖ ਸੀ। ਅੱਗੋਂ ਮੀਰ ਖਿਸਰੋ ਆ ਰਿਹਾ ਸੀ। ਮੀਰ ਖਿਸਰੋ ਨੇ 60 ਊਦ ਲੱਦੇ ਸੀ, ਚੰਗੀਆਂ ਚੰਗੀਆਂ ਚੀਜ਼ਾਂ ਕੋਈ ਹੋਊਗਾ। ਮੀਰ ਖਿਸਰੋ ਨੂੰ ਇੰਨੀ ਖੁਸ਼ੀ ਆਈ
तो सोचता है कि अज मैनू इतना आनंद इतनी खुशी आ रही है, या मेरा मुर्शद इधरों आ रहा या मुर्शद कोलों कोई चीज़ लैके आ रहा। इन्नी खुशी कदी आई नहीं। जदों वो कोलों दी लंघ गया, हवा का रुख सी, उधर वो खुशी खत्म हो गई। मुड़ के पूछया, भाई तू कित्थों आया है? कहंदा निजामुद्दीन हौलीए दे पासों है। कुछ लियाया है? कहंदा जी ए टुटे हुए छित्र दिते है उन्होंने। उन्होंने की पता ही इन्हां च की ताकत हैगी है। देने हैं तू? हाँ जी मैं दे ही देने, मैं की करने। एक ऊठ रखिया। देखो आशिक जेड़े मालक दे प्यारे है, किस चीज़ नूं खरीददे आओ। एक ऊठ रखिया अपने समान समून वास्ते, एक घट 60 ऊठ लदे लदाए ही दे दिते ते मुर्शद की जुत्ती ले ली। जुत्ती लैके आ रहा सी, जिसने इन्नी वड्डी जायदाद दिती, कुछ ना कुछ दिल दे विच ते आउंदा ही सी ना कि मैं मुर्शद नूं जाके देंगा, मुर्शद मेरे ते खुश होएगा। जेड़े फकीर ने शब्द की कमाई करते है, वो सब तो पहला यही सोचते हैं कि अगर सिख कोई चंगा काम करता है तो उहदा वो मान ना करे, ताकि जेड़ी ईश्वर वालों रहमत की बारिश पैनी है, जड़ा उसनूं दात मिलनी है, ताकि उहदे अंदर ठहर जाए। मान जड़ा सानू लैके बह जाता है, किया कराया सब गया जब आया हंकार। कबीर साहब जी महाराज फरमाउंदे है, साढ़े तीर्थ वर्त जग मोशे, तपस्या जो भी असी करते हैं, जदों साढ़े च हंकार आउंदा है तो बर्बाद हो जाते। जदों आके जुत्ती रखी अगे, पूछया निजामुद्दीन हौलीया ने कि किने दी लियांदी है? महाराज एक ऊठ रखिया 60 ऊठ सन ते बाकी सारे मैं दे दिते लदे लदाए। ते मुर्शद ने कहा तू तो कुछ भी नहीं देता, जुत्ती बड़ी महंगी सी, जुत्ती महंगी सी, तू कुछ भी नहीं देता हैगा। जेड़ी थोड़ी बहुती मान दी करनी थी वो भी खत्म हो गई। मीर खिसरो ने सोचा कि मुर्शद ने मनिया ही नहीं, पता नहीं कितनी महंगी सी ये। जेड़े फकीर शब्द की कमाई करते है, हजूर कई बार फरमाउंदे होंदे है कि उस दौलत नूं लैण वास्ते नक भी बिरले होंदे है, सारे नहीं होंदे। जिन्हां दा हजूर दा दरबार है, वो एक बार शहर जा रहे सी ते उन्हां दे गल परना हुंदा सी, वो डिग पिया। एक बीबी ही वो भी अपने आप नूं महात्मा ही समझदी सी, अगे होके लैन लगी। हजूर कहन लगे हथ ना लाई मेरे परने नूं हथ ना लाई। कहन लगी जी असी तुहाडे परने वर्गे भी नहीं। हजूर कहंदे ना, परने वर्गे कित्थे तुसीं? परने चों खुशबोई आ रही है, तेरे चों बदबोई आ रही है, परने वर्गी किदां हो सकदी है? उस नूं धूड़ी कहंदे है। वो सारी जिंदगी गुरु साहब जी फरमा रहे है कि जे तू दासां दे दास बनना है तो फिर तू साधुआं की संगत ना छड्डी, उन्हां दे दसे होए निजमां दे चलन की कोशिश करी। हाँ जी। जब लग सांस होए मन अंतर, साधु तूर पवीजै, शंकर नारद शेख नाग मुनि, तूर साधु की लोची जय।
ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਇਹ ਬੜੀਆਂ ਤਾਕਤਾਂ ਜਿਹੜੀਆਂ ਦੁਨੀਆ ਵਿੱਚ ਆਈਆਂ ਨੇ, ਇਹ ਵੀ ਸਾਧੂ ਦੀ ਧੂੜੀ ਨੂੰ ਲੋਚ ਰਹੀਆਂ ਨੇ ਕਿ ਉਹ ਧੂੜੀ ਸਾਨੂੰ ਵੀ ਮਿਲ ਜਾਏ, ਪਰ ਉਹ ਇਹਨਾਂ ਨੂੰ ਮਿਲਦੀ ਨਹੀਂ, ਕਿਉਂਕਿ ਇਹ ਜਦ ਵੀ ਮਿਲੇਗੀ ਮਨੁੱਖਾ ਜਨਮ ਦੇ ਵਿੱਚ ਆ ਕੇ, ਮਨੁੱਖਾ ਜਨਮ ਦੇ ਵਿੱਚ ਆ ਕੇ ਹੀ ਲੈ ਸਕਦੇ ਹੈ। ਇਹ ਦੂਸਰੀਆਂ ਤਾਕਤਾਂ ਉਸ ਚੀਜ਼ ਨੂੰ ਨਹੀਂ ਲੈ ਸਕਦੀਆਂ। ਹਾਂਜੀ। ਸ਼ੰਕਰ ਨਾਰਦ ਸ਼ੇਖ ਨਾਗ ਮੁਨੀ, ਤੂਰ ਸਾਧੂ ਕੀ ਲੋਚੀ ਜੈ, ਪਵਨ ਪਵਨ ਪਵੇਤ ਹੋਏ ਸਭ, ये साधु चरण तरी जय। गुरु साहब जी साधु की तारीफ कर रहे हैं कि जिथे साधु चरण रखते हैं वो भूमि भी पवित्र हो जाती है। कई बार अगे भी दसिया है कि कबीर साहब जी महाराज ਜਦੋਂ ਕਾਂਸ਼ੀ ਦੇ ਵਿੱਚ ਸ਼ਹਿਰਾਂ ਵਾਲਿਆਂ ਨੇ ਬਹੁਤ ਤਕਲੀਫ ਦਿੱਤੀ, ਉਹਨਾਂ ਸੋਚਿਆ ਚਲੋ ਪਾਸੀ ਭਜਨ ਕਰਨਾ ਹੈ, ਕਿਸੇ ਐਸੀ ਜਗ੍ਹਾ 'ਤੇ ਚਾਹੀਏ ਜਿੱਥੇ ਸਾਡੇ ਮਗਰ ਕੋਈ ਜਾਏ ਨਾ। ਸਾਡੇ ਆਲਮ ਫਾਜ਼ਲਾ ਨੇ ਇੱਕ ਦੇਸ਼ ਨੂੰ ਰੱਦਿਆ ਸੀ ਜਿਹਨੂੰ ਅੜੰਬਾ ਕਰਕੇ ਕਿਹਾ ਮਗਹਰ ਵੀ ਕਹਿੰਦੇ ਹੈ कि ऐस जगह ते जे कोई मरेगा वो गधे की जून विच जा सकता है। उस जगह ते कोई है नहीं सी, इसे तरह ही जंगल बने सन, कोई भी नहीं सी जांदा। कबीर साहब जी उत्थे चला गए। हौली हौली उन्हां दे जिहड़े शरधालू सी वो भी चला गए, कलोनियाँ बन गई, जमीन वाद हो गई, फसल होना शुरू हो गए। कबीर साहब जी महाराज ने उस भूमि ते जाके अपनी तपस्या की, शरीर भी उत्थे ही छड्डिया उन्होंने। असी वो देखी जाके जगह, ख्याल हुंदा है भी उस जगह नूं देखीए जिथे कबीर साहब ने शरीर छड्डिया। दो जगह बनिया ने, क्योंकि उस वक्त उन्होंने दोवें पार्टियां जिहड़ियां सी हिंदू मुसलमान, वो दोवें उन्होंने सिख सन। मुसलमान भी उन्होंने सिख सी और हिंदू भी उन्होंने सिख सी। मुसलमान कहन के साडा पीर है, असी अपनी रिसम करनी है। हिंदू कहन के साडा गुरु है, असी अपनी रिसम दे नाल इन्हां दा जो भी संस्कार करना है, जिस तरह इन्हें करना है। ये रौला पै गया। हुण उधर हिंदू भी राजे महाराजे सन, वो भी बड़े बड़े नवाब पठान सन, उन्हां विच भी बड़े बड़े सन। कबीर साहब जी फेर दे विच आके उन्हां नूं आवाज़ मारी, दरवाज़ा खोलो। जदों दरवाज़ा खोलिया, इतिहास दसदा है, दरवाज़ा खोलिया, उन्हें कहा दो चादर लियाओ। दो चादर लिया के कहन लगे फुल लियाओ। दो चादर बिछा दो अंदर, उन्होंने उत्ते फुल पा दो। 1 घंटे के बाद तुसी दरवाज़ा खोल लेना। जो इतिहास दसदा है, ये दसदा है कि बाद विच चादर ही नज़र आईयां, कबीर साहब नहीं लभे। चादर सिर्फ नज़र आईयां। एक चादर मुसलमानों ने ले ली, एक चादर हिंदुओं ने ले ली। मुसलमानों ने अपनी रस्म की, हिंदुओं ने अपनी रस्म की। जो बाणी विच गुरु साहब जी फरमा रहे, साधु दे बारे फरमा रहे। साधु आम नहीं जिहड़े घर घर मंगते फिरदे है, वेश बदल के, कोई कपड़ियां दा
ਤਬਦੀਲੀ ਕਰ ਲੈਂਦਾ, ਕੋਈ ਕੇਸਾਂ ਦੀ, ਕੋਈ ਨੰਗਾ ਰਹਿੰਦਾ, ਕੋਈ ਕੱਪੜੇ ਲਾਉਂਦਾ। ਕਈ ਤਬਦੀਲੀਆਂ ਆਪਣੀਆਂ ਕਰਕੇ ਘਰ ਘਰ ਤੁਰੀ ਫਿਰਦੇ ਆ। ਉਹਨਾਂ ਨੂੰ ਸੰਤ ਸਾਧੂ ਨਹੀਂ ਕਹਿੰਦੇ। ਸਾਧੂ ਉਸ ਨੂੰ ਕਹਿੰਦੇ ਆ ਜਿਸ ਨੇ ਆਪਣੇ ਮਨ ਦੀ ਸਾਧਨਾ ਕੀਤੀ ਹੈ, ਮਨ ਦੀਆਂ ਪ੍ਰਕਿਰਤੀਆਂ ਦੀ ਸਾਧਨਾ ਕੀਤੀ ਹੈ, ਜਿਹਦੇ ਅੰਦਰ ਉਹ ਜਦ ਸਤ ਹੈ, ਜਿਸ ਨੇ ਨਾਮ ਦੀ ਕਮਾਈ ਕੀਤੀ ਹੈ, ਜਿਸ ਦੀ ਧੂੜੀ ਬਾਰੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ, ਉਸ ਨੂੰ ਸਾਧੂ ਕਹਿੰਦੇ। ਆਮ ਨਹੀਂ ਸਾਧੂ। ਆਮ ਤੇ ਵੇਸ਼ ਬਦਲ ਲੈਂਦੇ ਹਾਂ ਅਸੀਂ, ਕੱਪੜਿਆਂ ਦਾ ਵੇਸ਼ ਬਦਲ ਲਿਆ, ਕੋਈ ਡਰੈਸ ਬਣਾ ਲਿਆ, ਕਦੀ ਕੇਸ ਬਣਾ ਲਏ, ਕਦੀ ਰੱਖ ਲਏ, ਜਾਂ ਕੋਈ ਹੋਰ ਅਸੀਂ ਆਪਣਾ ਬਦਲੀ ਕਰ ਲਈ ਲੋਕਾਂ ਨੂੰ ਦੱਸਣ ਵਾਸਤੇ। ਲੇਕਿਨ ਜਿਸ ਨੂੰ ਸਾਧੂ ਸੰਤ ਕਹਿ ਰਹੇ ਹੈ, ਉਹ ਸਾਧੂ ਹੈ ਸ਼ਬਦ ਰੂਪੀ ਮਹਾਂਪੁਰਖ, ਜਿਹਨੇ ਸ਼ਬਦ ਦੀ ਕਮਾਈ ਕੀਤੀ ਔਰ ਜਿਹਦੇ ਅੰਦਰ ਉਹ ਜਦ ਸਤ ਆਇਆ, ਜਿਸ ਨੇ ਇਸ ਮਨ ਦੀ ਸਾਧਨਾ ਕੀਤੀ ਹੈ। ਮਨ ਦੀ ਜਿਹਨੇ ਸਾਧਨਾ ਕਰ ਲਈ, ਉਹਦੀਆਂ ਸਾਰੀਆਂ ਸ਼ਾਖਾਂ ਜਿਹੜੀਆਂ ਸੀਆਂ, ਜਿਸ ਤਰ੍ਹਾਂ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ, ਜਦੋਂ ਅਫਸਰ ਹਥਿਆਰ ਸੁੱਟ ਦਿੰਦਾ ਹੈ ਅਤੇ ਕਾਬੂ ਆ ਜਾਂਦਾ ਹੈ, ਅਤੇ ਜਿਹੜੇ ਸਿਪਾਹੀ ਹੁੰਦੇ ਉਹ ਪਹਿਲਾਂ ਹੀ ਹਥਿਆਰ ਸੁੱਟ ਦਿੰਦੇ। ਇਸੇ ਤਰ੍ਹਾਂ ਇਹ ਜਿਤਨੀਆਂ ਵੀ ਸਾਡੇ ਅੰਦਰ ਪ੍ਰਕਿਰਤੀਆਂ ਨੇ, ਇਹਨਾਂ ਦਾ ਅਵਸਰ ਜਿਹੜਾ ਮਨ ਹੈ, ਜਦੋਂ ਮਨ ਕਾਬੂ ਆ ਜਾਏਗਾ ਤੇ ਸਾਰੀਆਂ ਕਾਬੂ ਆ ਜਾਂਦੀਆਂ। ਗੁਰੂ ਸਾਹਿਬ ਜੀ ਫਰਮਾਉਂਦੇ, ਮਨ ਕੇ ਜੀਤੇ ਜੀਤ ਹੈ, ਮਨ ਕੇ ਹਾਰੇ ਹਾਰ। ਜੇ ਮਨ ਕਾਬੂ ਆ ਗਿਆ ਸਮਝ ਲਓ ਜਿੱਤ ਲਿਆ, ਜੇ ਨਹੀਂ ਕਾਬੂ ਆ ਗਿਆ ਤਾਂ ਅਸੀਂ ਹਾਰ ਗਏ ਸਭ ਕੁਛ। ਫਕੀਰਾਂ ਨੇ ਦਿਨ ਰਾਤ ਜਿਹੜੀ ਨਾਮ ਦੀ ਕਮਾਈ ਕੀਤੀ ਹੈ, ਉਹ ਇਸ ਮਨ ਨੂੰ ਕਾਬੂ ਕਰਨ ਵਾਸਤੇ, ਔਰ ਉਹਨਾਂ ਦੇ ਅੰਦਰ ਜਦ ਸਤ, ਉਹ ਸੀਲ ਸੰਦੋਖ ਆ ਜਾਂਦਾ ਹੈ। ਉਸ ਨੂੰ ਸੰਤ ਧੂੜੀ ਕਹਿੰਦੇ। ਆਮ ਨਹੀਂ ਧੂੜੀ। ਨਾਮ ਕਿਸੇ ਪਾਸ ਆ ਸਕਦੀ ਹੈ ਸਵਾਏ ਨਾਮ ਦੀ ਕਮਾਈ ਦੇ। ਹਾਂਜੀ। ਪਵਨ ਪਵਨ ਪਵੇਤ ਹੋਏ ਸਭ, ਇਹ ਸਾਧੂ ਚਰਨ ਤਰੀ ਜੈ। ਹਰ ਇੱਕ ਜਗ੍ਹਾ ਦੇ ਵਿੱਚ ਵੱਖਰੀ ਵੱਖਰੀ ਤਸਵੀਰ ਹੁੰਦੀ ਹੈ। ਜੈਸਾ ਜੈਸਾ ਜਿਸ ਜਗ੍ਹਾ 'ਤੇ ਕੰਮ ਹੁੰਦਾ ਹੈ, ਉਹ ਜਗ੍ਹਾ ਦਾ ਰੁਖ ਵੀ ਉਸ ਤਰ੍ਹਾਂ ਦਾ ਬਣ ਜਾਂਦਾ ਹੈ। ਕਈ ਵਾਰ ਅੱਗੇ ਵੀ ਦੱਸਿਆ ਕਿ ਸਰਵਣ ਆਪਣੀ ਮਾਤਾ ਪਿਤਾ ਨੂੰ ਬਹਿੰਗੀ 'ਚ ਪਾ ਕੇ ਅੱਗੇ ਪਿੱਛੇ ਲੈਂਦਾ ਹੁੰਦਾ ਸੀ, ਜਿੱਧਰ ਜਾਣਾ ਹੁੰਦਾ ਸੀ। ਇੱਕ ਜਗ੍ਹਾ ਐਸੀ ਆਈ ਕਿ ਸਰਵਣ ਨੇ ਬਹਿੰਗੀ ਛੱਡ ਦਿੱਤੀ ਅਤੇ ਉਹਨਾਂ ਨੂੰ ਕਹਿੰਦਾ, ਮੈਨੂੰ ਪੈਸੇ ਦਿਓ ਫਿਰ ਮੈਂ ਤੁਹਾਨੂੰ ਅੱਗੇ ਲੈਣਾ ਹੈਗਾ। ਕਿਉਂਕਿ ਜਗ੍ਹਾ ਐਸੀ ਆ ਗਈ, ਬੁੱਧ ਭ੍ਰਿਸ਼ਟ ਹੋ ਗਈ, ਤਬਦੀਲੀ ਹੋ ਗਈ। ਉਹ ਸਿਆਣੇ ਸਨ, ਉਹਨਾਂ ਨੇ ਕਿਹਾ ਸਰਵਣ ਤੇ ਸਰਵਣ ਹੈ, ਸਾਡਾ ਪੁੱਤ ਐਸੀ ਤਾਂ ਨਹੀਂ ਹੋ ਸਕਦੀ, ਕੋਈ ਜਗ੍ਹਾ 'ਚ ਨੁਕਸ ਹੈ। ਕਹਿਣ ਲੱਗੇ, ਪੁੱਤ ਤੂੰ ਬਹਿੰਗੀ ਚੁੱਕ ਕੇ ਸਾਨੂੰ ਅੱਗੇ ਲੈ ਚੱਲ, ਅੱਗੇ ਚੱਲ ਕੇ ਤੈਨੂੰ ਅਸੀਂ ਪੈਸੇ ਦੇਣੇ ਆ। ਜਦੋਂ ਉੱਥੋਂ ਬਹਿੰਗੀ ਚੁੱਕ ਕੇ ਅੱਗੇ ਗਿਆ ਅਤੇ ਛੱਡ ਕੇ ਮਾਫੀ ਮੰਗਣ ਲੱਗਾ ਕਿ ਮੈਂ ਬੜੀ ਗਲਤੀ ਕੀਤੀ ਹੈ, ਤੁਸੀਂ ਤਾਂ ਦੋਵੇਂ ਆਨੇ ਹੋ, ਤੁਸੀਂ ਮੈਨੂੰ ਕੀ ਦੇਣਾ, ਪੈਸੇ ਕਿੱਥੋਂ ਦੇਣੇ ਸੀ, ਮੈਨੂੰ ਮਾਫ ਕਰੋ। ਉਹਨਾਂ ਨੇ ਕਿਹਾ ਕਿ ਤੇਰੀ ਕੋਈ ਗਲਤੀ ਨਹੀਂ, ਇਹ ਉਸ ਜਗ੍ਹਾ ਦੀ ਗਲਤੀ ਸੀ। ਉਹ ਜਗ੍ਹਾ ਹੀ ਐਸੀ ਸੀ ਭਾਈ, ਜਿਸ ਜਗ੍ਹਾ 'ਤੇ ਜਾ ਕੇ ਜੂਆ ਖੇਡਿਆ ਜਾਂਦਾ ਹੈ, ਤੁਸੀਂ ਜਾਓਗੇ ਤੁਹਾਡਾ ਮਨ ਉੱਥੇ ਬਦਲ ਜਾਏਗਾ। ਜਿਸ ਜਗ੍ਹਾ 'ਤੇ ਕੋਈ ਹੋਰ ਕੰਮ ਹੁੰਦਾ ਹੈ, ਤੁਸੀਂ ਉੱਥੇ ਜਾਓਗੇ, ਉੱਥੇ ਤੁਹਾਡਾ ਮਨ ਹੋਰ ਤਰ੍ਹਾਂ ਹੋ ਜਾਏਗਾ। ਜਿਸ ਜਗ੍ਹਾ 'ਤੇ ਈਸ਼ਵਰ ਦਾ ਨਾਮ ਜਪਿਆ ਜਾਂਦਾ ਹੈ, ਜਦੋਂ ਤੁਸੀਂ ਉਸ ਜਗ੍ਹਾ 'ਤੇ ਜਾਓਗੇ ਤੇ ਤੁਹਾਡੇ 'ਚ ਵੀ ਤਬਦੀਲੀ ਹੋ ਜਾਏਗੀ। ਕੁਛ ਨਾ ਕੁਛ ਮਾਲਕ ਦਾ ਖੌਫ ਆ ਜਾਏਗਾ, ਕੁਛ ਨਾ ਕੁਛ ਫਰਕ ਪੈ ਜਾਂਦਾ ਹੈ। ਇਸ ਵਾਸਤੇ ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਹੈ
ਕਿ ਸੰਤ ਸ਼ਬਦ ਅਭਿਆਸੀ ਜਿਹੜੇ ਮਹਾਂਪੁਰਖ ਨੇ ਉਹ ਜਿੱਥੇ ਵੀ ਚਰਨ ਰੱਖਦੇ ਉਹ ਭੂਮੀ ਤਰ ਜਾਂਦੀ ਹੈ, ਉਹ ਪਵਿੱਤਰ ਹੋ ਜਾਂਦੀ ਹੈ। ਹਾਂਜੀ। ਪਵਨ ਪਵਨ ਪਵਿੱਤ ਹੋਏ ਸਭ, ਇਹ ਸਾਧੂ ਚਰਨ ਤਰੀ ਜੈ, ਤਜ ਲਾਜ ਅਹੰਕਾਰ ਸਭ ਤਜੀਐ, ਮਿਲ ਸਾਧੂ ਸੰਗ ਰਹੀ ਜੈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਐ ਪੁਰਸ਼ ਅਗਰ ਤੂੰ ਸਾਧੂ ਦੇ ਪਾਸ ਆਉਣਾ ਹੈ ਤੇ ਫਿਰ ਹੰਕਾਰ ਤੇ ਮਾਣ ਲੋਕ ਲਾਜ ਤਜ ਕੇ ਆ, ਇਹਨਾਂ ਨੂੰ ਰਾਹ ਵਿੱਚ ਹੀ ਛੱਡ ਦੇ ਔਰ ਫਿਰ ਸਾਧੂ ਦੀ ਸੰਗਤ ਕਰ, ਉਹਦੇ ਵਿੱਚੋਂ ਫਿਰ ਤੈਨੂੰ ਕੋਈ ਫਾਇਦਾ ਮਿਲੇਗਾ। ਜੇ ਸਾਡੇ ਵਿੱਚ ਹੰਕਾਰ ਤੇ ਮਾਣ ਹੈ, ਹੰਕਾਰ ਮਾਣ ਜਿਹੜਾ ਹੈ ਇਹ ਬੰਦੇ 'ਚ ਬਦੋ ਬਦੀ ਆ ਜਾਂਦਾ ਹੈ। ਜੈਸਾ ਜੈਸਾ ਵੀ ਕੋਈ ਹੁੰਦਾ ਹੈ ਐਸਾ ਹੀ ਉਹਦੇ ਵਿੱਚ ਆ ਜਾਂਦਾ ਹੈ। ਇਹ ਨਹੀਂ ਜ਼ਰੂਰੀ ਕੋਈ ਬੜੇ ਪਹਿਲਵਾਨਾਂ 'ਚ ਹੀ ਆਉਂਦਾ ਹੈ ਜਾਂ ਬੜੇ ਅਰਬਾਂਪਤੀਆਂ 'ਚ ਆਉਂਦਾ ਹੈ। ਜਿਹੜਾ ਇੱਕ ਰੋਜ਼ ਦੀ ਦਿਹਾੜੀ ਲਗਾਉਂਦਾ ਉਹਦੇ 'ਚ ਵੀ ਆ ਜਾਂਦਾ ਹੈ, ਈਮਾਨ ਉਹਦੇ 'ਚ ਵੀ ਆ ਜਾਂਦਾ ਹੈ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਤੂੰ ਲੋਕ ਲਾਜ ਵੀ ਤਜ ਦੇ, ਹੰਕਾਰ ਤੇ ਮਾਣ ਵੀ ਤਜ ਦੇ ਔਰ ਸਾਧੂਆਂ ਦੀ ਸੰਗਤ ਕਰ, ਕਿਉਂਕਿ ਇਹ ਸਾਡੇ ਅੰਦਰ ਇੱਕ ਬਹੁਤ ਬੜੀਆਂ ਰੁਕਾਵਟਾਂ ਨੇ। ਜਿਨ੍ਹਾਂ ਨੇ ਫਕੀਰਾਂ ਨੇ ਨਾਮ ਜਪਿਆ ਉਹਨਾਂ ਨੇ ਮਾਣ ਛੱਡਿਆ, ਇੱਜ਼ਤ ਛੱਡੀ, ਲੋਕ ਲਾਜ ਛੱਡੀ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ, ਭਰਥਰੀ ਗੋਪੀ ਚੰਦ ਰਾਜਾ ਜਦੋਂ ਇਹ ਸਾਧੂ ਹੋ ਗਏ, ਸਾਧੂ ਹੋ ਕੇ ਤੇ ਕਿਸੇ ਗਰੀਬ ਘਰ ਜਾ ਕੇ ਇੱਕ ਸ਼ਹਿਰ ਵਿੱਚ ਰਹਿਣ ਲੱਗੇ। ਹੁਣ ਜਿੱਥੇ ਕੋਈ ਜੈਸਾ ਬੰਦਾ ਹੋਵੇ ਐਸੀ ਹਵਾ ਫੈਲ ਜਾਂਦੀ ਹੈ। ਹੌਲੀ ਹੌਲੀ ਪਤਾ ਲੱਗਾ ਮਹੱਲੇ ਵਿੱਚ ਵੀ ਇੱਥੇ ਕੋਈ ਸਾਧੂ ਆਏ ਹੈ, ਰਾਜ ਛੱਡ ਕੇ ਆਏ, ਰਾਜੇ ਸਾਧੂ ਹੋਏ। ਮਹੱਲੇ 'ਚ ਪਤਾ ਲੱਗਾ, ਬਾਜ਼ਾਰਾਂ 'ਚ ਪਤਾ ਲੱਗ ਗਿਆ, ਪਾਤਸ਼ਾਹ ਤੱਕ ਪਤਾ ਲੱਗ ਗਿਆ। ਅਤੇ ਪਾਤਸ਼ਾਹ ਨੇ ਸੋਚਿਆ ਕਿ ਜਿਹੜੇ ਰਾਜ ਛੱਡ ਕੇ ਸਾਧੂ ਹੋਏ ਹੈ ਉਹਨਾਂ ਦੇ ਪਾਸ ਜ਼ਰੂਰ ਕੋਈ ਈਸ਼ਵਰ ਦੀ ਕਮਾਈ ਹੋਏਗੀ, ਚਲੋ ਕੋਈ ਨਾ ਕੋਈ ਫਾਇਦਾ ਲਈਏ ਉਹਨਾਂ ਪਾਸੋਂ, ਦਰਸ਼ਨ ਕਰੀਏ। ਉਹਨਾਂ ਦੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਹੈ, ਕਿਉਂ ਜਿਹਨਾਂ ਰਾਜ ਛੱਡਿਆ ਹੈਗਾ। ਜਦੋਂ ਆ ਰਹੇ ਸਨ ਤੇ ਛੜੇ ਰਾਜੇ ਨੇ ਤੇ ਆਉਣਾ ਨਹੀਂ ਸੀ, ਉਹਦੇ ਨਾਲ ਅਫਸਰ ਵੀ ਆਏ, ਨਾਲ ਰਿਜਤ ਵੀ ਆਈ, ਰੌਲਾ ਪੈਂਦਾ ਆਇਆ। ਘਰ ਵਾਲੇ ਨੂੰ ਪੁੱਛਿਆ ਇਹ ਰੌਲਾ ਕਾਹਦਾ ਹੈ? ਕਹਿਣ ਲੱਗੇ ਜੀ ਪਾਤਸ਼ਾਹ ਤੁਹਾਡੇ ਦਰਸ਼ਨਾਂ ਨੂੰ ਆ ਰਿਹਾ। ਉਹਨਾਂ ਕਿਹਾ ਇਹ ਤਾਂ ਬੜਾ ਮਾੜਾ ਕੰਮ ਹੋਇਆ, ਇਸੇ ਮਾਣ ਵਡਿਆਈ ਨੂੰ ਅਸੀਂ ਛੱਡ ਕੇ ਆਏ ਹਾਂ, ਜੇ ਰਾਜੇ ਦਰਸ਼ਨ ਲੱਗ ਪਏ ਕਰਨ ਤਾਂ ਫਿਰ ਮਾਣ ਵਡਿਆਈ ਹੋ ਗਈ, ਫਿਰ ਵਾਧਾ ਵੱਧ ਗਿਆ। ਇਸ ਮਾਣ ਵਡਿਆਈ ਨੂੰ ਅਸੀਂ ਛੱਡ ਕੇ ਆਏ ਹਾਂ, ਫਿਰ ਭਜਨ ਕਿੱਦਾਂ ਕਰਾਂਗੇ? ਅਸੀਂ ਭਜਨ ਕਰਨ ਵਾਸਤੇ ਫਕੀਰ ਕਈ ਕੰਮ ਸੋਚਦੇ ਹੈ ਵੀ ਕਿਸ ਤਰ੍ਹਾਂ ਅਸੀਂ ਕਰਨਾ ਚਾਹੀਦਾ। ਆਪੂ ਵਿੱਚ ਇਹ ਸਲਾਹ ਬਣਾਈ ਦੋਨਾਂ ਨੇ ਕਿ ਜਦੋਂ ਇੱਥੇ ਆਉਣਗੇ ਦੋਵੇਂ ਲੜ ਪਈਏ, ਦੋਵੇਂ ਲੜ ਪਵਾਂਗੇ ਖਾਣ ਤੋਂ। ਤੂੰ ਕਹੀਂ ਜਿਹੜੀਆਂ ਤੂੰ ਕੱਲ੍ਹ ਪੂਰੀਆਂ ਲਿਆਂਦੀਆਂ ਤੂੰ ਸਾਰੀਆਂ ਖਾ ਗਿਆ, ਮੈਂ ਕਹਾਂਗਾ ਜਿਹੜੀਆਂ ਤੂੰ ਪਰਸੋਂ ਲਿਆਂਦਾ ਹਲਵਾ ਜਿਹਾ ਤੂੰ ਖਾ ਗਿਆ ਸੀ। ਧੱਕ ਧੱਕਾ ਕਰਾਂਗੇ ਅਤੇ ਆਪਾਂ ਆਪੇ ਚਲੇ ਜਾਣਗੇ, ਸਾਨੂੰ ਕੀ ਹੈ ਇਸ ਨਾਲ। ਜੇ ਅਸੀਂ ਚੁੱਪ ਕਰਕੇ ਬੈਠੇ ਰਹੇ ਤਾਂ ਸਾਡੀ ਮਾਣ ਵਡਿਆਈ ਹੋਣਾ ਸ਼ੁਰੂ ਹੋ ਗਈ, ਫਿਰ ਅਸੀਂ ਭਜਨ ਨਹੀਂ ਕਰ ਸਕਦੇ। ਜਿੱਥੇ ਪਾਤਸ਼ਾਹ ਆ ਗਏ ਉੱਥੇ ਸਾਰੇ ਲੋਕਾਂ ਨੇ ਆਉਣਾ, ਫਿਰ ਅਸੀਂ ਭਜਨ ਕਿੱਦਾਂ ਕਰਾਂਗੇ? ਜਦੋਂ ਆ ਕੇ ਬਾਹਰ ਬੈਠ ਗਏ, ਉਹ ਅੰਦਰੋਂ ਨਿਕਲੇ
ਜਿਹੜੇ ਅੰਦਰੋਂ ਨਿਕਲੇ ਤੇ ਕਹਿਣ ਲੱਗੇ ਤੂੰ ਕੱਲ੍ਹ ਜਿਹੜੀਆਂ ਪੂਰੀਆਂ ਲਿਆਂਦੀਆਂ ਸਾਰੀਆਂ ਤੂੰ ਖਾ ਗਿਆ ਸੀ? ਉਹ ਕਹਿੰਦਾ ਜਿਹੜਾ ਪਰਸੋਂ ਤੂੰ ਹਲਵਾ ਲਿਆਂਦਾ ਤੂੰ ਨਹੀਂ ਖਾ ਗਿਆ ਸਾਰਾ? ਉਹਨੂੰ ਧੱਕਾ ਮਾਰਿਆ, ਉਹਨੂੰ ਧੱਕਾ ਮਾਰਿਆ। ਤੇ ਪਾਤਸ਼ਾਹ ਕਹਿੰਦਾ ਇਹ ਤੇ ਖਾਣ ਤੋਂ ਹੀ ਲੜਨ ਡੇ ਨਾ, ਸਾਧੂ ਕਾਹਦੇ ਹੈਗੇ ਆ ਇਹ? ਚਲੋ ਚਲੀਏ, ਇੱਥੇ ਕੁਛ ਵੀ ਨਹੀਂ ਹੈਗੇ। ਜਦੋਂ ਚਲਾ ਗਏ ਤੇ ਮਗਰੋਂ ਕਹਿੰਦੇ ਮੱਖੀਆਂ ਉੱਡ ਗਈਆਂ, ਆਪਾਂ ਆਰਾਮ ਨਾਲ ਭਜਨ ਕਰਾਂਗੇ। ਕਈ ਘਰਾਂ ਦੇ ਵਿੱਚ ਵੀ ਐਸੇ ਹੁੰਦੇ ਹੈ ਕਿ ਜਿਹੜੇ ਦੂਸਰੇ ਬੰਦੇ ਨੂੰ ਰੋਟੀ ਖਵਾਉਣਾ ਬੜਾ ਮੁਸ਼ਕਿਲ ਜਿਹਾ ਹੋ ਜਾਂਦਾ। ਕਈ ਐਸੇ ਮੀਆਂ ਬੀਬੀ ਇਕੱਲੇ ਗਿੱਝੇ ਹੁੰਦੇ ਆ ਕਿ ਤੀਸਰਾ ਬੰਦਾ ਆ ਜਾਏ ਤਾਂ ਉਹਨਾਂ ਦੇ ਵਾਸਤੇ ਮੌਤ ਪੈ ਜਾਂਦੀ ਹੈਗੀ। ਥੋੜ੍ਹੀ ਜਿਹੀ ਸਾਖੀ ਮੈਂ ਤੁਹਾਨੂੰ ਸੁਣਾ ਦਿੰਦਾ। ਵੈਸੇ ਸੁਣਾ ਦੇਵਾਂ? ਸੁਣਾ ਦੇ। ਕੋਈ ਕਿਸੇ ਦੇ ਪ੍ਰਾਹੁਣਾ ਚਲਾ ਗਿਆ, ਉਹ ਅੱਗੇ ਦੋਵੇਂ ਜੀ ਸਨ। ਉਹ ਸੋਚਣ ਲੱਗੇ ਵੀ ਇਹ ਤਾਂ ਹੁਣ ਬੜਾ ਫਾਹ ਪਿਆ, ਹੁਣ ਪ੍ਰਾਹੁਣੇ ਵਾਸਤੇ ਵੀ ਰੋਟੀ ਬਣਾਉਣੀ ਹੈ ਅਸੀਂ। ਉਹ ਕਹਿਣ ਲੱਗਾ ਘਰ ਵਾਲਾ ਵੀ ਇਸ ਤਰ੍ਹਾਂ ਕਰੀਏ, ਦੋਵੇਂ ਲੜ ਪਈਏ, ਆਪੇ ਪ੍ਰਾਹੁਣਾ ਚਲੇ ਜਾਓ, ਪ੍ਰਾਹੁਣੇ ਨੇ ਇੱਥੇ ਕੀ ਕਰਨਾ ਫਿਰ? ਕਹਿੰਦੇ ਗੱਲ ਤਾਂ ਠੀਕ ਹੈ, ਪਰ ਗੱਲ ਇਸ ਤਰ੍ਹਾਂ ਵੀ ਮੈਂ ਛਾਂਟਾਂ ਛੂਟਾਂ ਮਾਰਨੀਆਂ ਨਹੀਂ ਅਤੇ ਤੂੰ ਲੜਾਈ ਜਾਵੀਂ। ਮਾਰਾਂਗਾ ਮੈਂ ਕੰਧ ਕੁੰਧ ਨਾਲ ਹੀ ਹੈ ਅਤੇ ਤੂੰ ਸੁੱਕੇ ਸੰਗੇ ਲੜਾਈ ਜਾਵੀਂ, ਤੂੰ ਇੱਦਾਂ ਹੀ ਲੜਾਈ ਜਾਵੀਂ, ਮੈਂ ਸੱਚੇ ਮੁੱਚੇ ਨਹੀਂ ਤੈਨੂੰ ਮਾਰਨਾ ਹੈਗਾ। ਉਹ ਅੰਦਰ ਲੜ ਪਏ, ਦੋਵੇਂ ਲੜ ਪਏ। ਲੜਦੇ ਲੜਦੇ ਬਾਹਰ ਆ ਗਏ। ਪ੍ਰਾਹੁਣੇ ਨੇ ਸੋਚਿਆ ਇਹਨਾਂ ਨੇ ਬੜਾ ਪਖੰਡ ਬਣਾਇਆ, ਹੁਣ ਮੈਂ ਕਿੱਧਰ ਜਾਵਾਂ? ਹੁਣ ਪ੍ਰਸ਼ਤੀ ਜੀ ਦੇਖੀ ਤੇ ਛਾਲ ਮਾਰੀ, ਉਹਦੇ 'ਤੇ ਬੈ ਚੜ੍ਹ ਗਿਆ। ਉੱਥੇ ਬਿਸਤਰੇ ਬੁਸਰੇ ਫੇਰੇ, ਉਹਨੇ ਚੁੱਪ ਕਰੀਏ ਬਿਸਤਰਾ ਪਾਇਆ ਥੱਲੇ, ਤੇ ਸਰੈਣਾ ਲਿਆ ਤੇ ਆਪਣੇ ਲੰਮਾ ਪੈ ਰਿਹਾ। ਜਦੋਂ ਲੜ ਲੁੜ ਕੇ ਅੰਦਰ ਆਏ, ਦੇਖਿਆ ਤੇ ਪ੍ਰਾਹੁਣਾ ਨਹੀਂ ਲੱਭਾ। ਪ੍ਰਾਹੁਣੇ ਨਹੀਂ ਲੱਭਾ ਤੇ ਉਹ ਫਿਰ ਸਿਫਤ ਲਈ ਪਏ ਕਰਨ, ਯਾਰ ਵੀ ਭਰਨਾ ਤੂੰ ਇਹ ਵਿੱਚ ਹੀ ਭਰਨੀ ਹੈ, ਤੇਰੀ ਮਰਜ਼ੀ ਭਰ ਲੈ। ਤੇ ਇਹ ਤਾਂ ਸ਼ੁਕਲਬਾਜੀ ਹੈ। ਸਿਫਤ ਲਈ ਵੀ ਕਰਨਾ ਪਊ ਵਿੱਚ। ਹੁਣ ਘਰ ਵਾਲਾ ਜਿਹੜਾ ਕਹਿੰਦਾ ਦੇਖੋ ਯਾਰ ਦੀਆਂ ਬਾਤਾਂ, ਮੈਂ ਤਾਂ ਕੰਧੇ ਨਾਲ ਲਗਾਈਆਂ, ਛਾਟਾਂ ਲਾਈ, ਮੈਂ ਵੀ ਨਹੀਂ ਹੋ। ਉਹ ਕਹਿੰਦੀ ਦੇਖ ਮੇਰੀ ਚਤਰਾਈ, ਮੈਂ ਤਾਂ ਸੁੱਕੇ ਹੀ ਸੰਗੇ ਲੜਾਈ ਰੋਈ, ਮੈਂ ਵੀ ਨਹੀਂ ਹੋ। ਤਾਂ ਪ੍ਰਾਹੁਣਾ ਸੋਚਦਾ ਹੁਣ ਮੈਂ ਕੀ ਕਰਾਂ? ਪ੍ਰਾਹੁਣੇ ਨੇ ਉੱਪਰੋਂ ਹੀ ਆਵਾਜ਼ ਦਿੱਤੀ, ਦੇਖੋ ਯਾਰ ਦਾ ਬੁੱਤਾ ਜੁੱਲਾ ਲੈ ਸਰਾਣਾ ਸੁੱਤਾ, ਗਿਆ ਮੈਂ ਵੀ ਨਹੀਂ ਹੋ ਹੈ। ਗਿਆ ਮੈਂ ਵੀ ਨਹੀਂ, ਮੈਂ ਵੀ ਖਾ ਕੇ ਜਾਣੀ ਹੈ। ਇਸ ਤਰ੍ਹਾਂ ਕਈ ਘਰਾਂ ਦੇ ਵਿੱਚ ਵੀ ਉੱਦਾਂ ਦੇ ਬੰਦੇ ਹੁੰਦੇ ਹੈ, ਅਤੇ ਕਈ ਐਸੇ ਹੁੰਦੇ ਆ ਵੀ ਕੋਈ ਪ੍ਰਾਹੁਣਾ ਜਿੰਨਾ ਚਿਰ ਨਹੀਂ ਆਵੇ ਉਹਨੂੰ ਸੰਦੋਖ ਨਹੀਂ ਆਉਂਦਾ। ਕਬੀਰ ਸਾਹਿਬ ਨੂੰ ਲੋਈ ਨੇ ਕਿਹਾ, ਕਬੀਰ ਮਹਾਰਾਜ ਅੱਜ ਸਾਡੇ 'ਤੇ ਦਿਨ ਬੜਾ ਮਾੜਾ ਹੈ। ਕਬੀਰ ਸਾਹਿਬ ਨੇ ਕਿਹਾ ਕੀ ਮਾੜਾ ਹੈ? ਕਹਿੰਦੇ ਅੱਜ ਸਾਡੇ ਕੋਈ ਸਾਧ ਪ੍ਰਾਹੁਣਾ ਨਹੀਂ ਆਇਆ, ਅੱਜ ਸਾਡੇ ਕੋਈ ਸਾਧ ਪ੍ਰਾਹੁਣਾ ਨਹੀਂ ਆਇਆ, ਸਾਡੇ 'ਤੇ ਬੜਾ ਮਾੜਾ ਦਿਨ ਹੈਗਾ। ਅੱਜ ਅਸੀਂ ਕਿਸੇ ਦੀ ਸੇਵਾ ਨਹੀਂ ਕਰ ਸਕੇ। ਕਈ ਇਸ ਤਰ੍ਹਾਂ ਦੇ ਵੀ ਹੈਗੇ ਹੈ, ਕਈ ਦੂਸਰੀ ਤਰ੍ਹਾਂ ਵੀ ਹੁੰਦੇ ਆ, ਕਿਸੇ ਨੂੰ ਪਾਣੀ ਪਿਲਾਉਣਾ ਵੀ ਔਖਾ ਉਹਨਾਂ ਨੂੰ ਹੁੰਦਾ ਹੈਗਾ। ਚੱਲ ਪੜ੍ਹ ਹੁਣ ਤੋਂ ਫਿਰ ਦੋ। ਤਜ ਲਾਜ ਅਹੰਕਾਰ ਸਭ ਤਜੀਐ, ਮਿਲ ਸਾਧੂ ਸੰਗ ਰਹੀ ਜੈ। ਧਰਮ ਰਾਏ ਕੀ ਕਾਨ ਚੁਕਾਵੇ, ਬਿਖ ਡੁੱਬਦਾ ਕਾਢ ਕਢੀ ਜੈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਦ ਤੂੰ ਸਾਧੂ ਦੇ ਪਾਸ ਆਏਗਾ, ਤੇਰੀ ਵਿਖਿਆ ਵਿੱਚ ਜਿਹੜੀ ਬੇੜੀ ਰੁੜ ਰਹੀ ਹੈ, ਸਾਧੂ ਤੈਨੂੰ ਪਾਰ ਕਰ ਦੇਗਾ। ਉਹ ਤੈਨੂੰ ਪਾਰ ਕਰ ਦੇਗਾ, ਤੇਰੀ ਮੁਕਤੀ ਕਰ ਦੇਗਾ, ਤੈਨੂੰ ਆਪਣੇ ਘਰ ਪਹੁੰਚਾ ਦੇਗਾ। ਸਾਧੂ ਦੇ ਵਿੱਚ ਇੰਨੀ ਤਾਕਤ ਹੋਏਗੀ,
पर जे तू साफ हो के हंकार और मान छड़ के आवेगा तद जितने भी फकीर दुनिया ते होए है वो अपनी अकल नूं अपने हंकार ते मान नूं छड़ के ही उन्होंने फायदा लिया। जिन्हां दी बाणी पढ़ रहे हैं इन्होंने अपने सतगुर की कितनी सेवा की। 70 बार चौंतरे बनाए और 70 बार गुरु साहब ने हटाए। जेड़े अकलबंद सी वो 1-2 बार बना के ही नस गए तो सतगुर नूं बेअकल समझिया उन्होंने कि ये भी कोई काम है कि चौंतरे बनाने और हटा देने। तो इको ही बनाते रहे सी। उन्हें हंकार भी छड्डिया, मान भी छड्डिया, अकल भी छड्डी, सब कुछ छड्ड दिता सिर्फ सतगुर की अकल लई। ते सारी उम्र का वायदा किया उन्होंने कि सारी उम्र भी गुरु साहब जी कहन चौंतरे बनाने हैं तो रामदास बनाता रहेगा। मैं अपना आप बेच दिता है। हुण गुरु साहब जी की बाणी च फरमा रहे हैं कि भाई जे तू दासां दे दास बनना है तो हंकार ते मान नूं छड्ड के आ। हंकार ते मान नूं छड्ड के आ, फिर सतगुर तेरी बेड़ी जिहड़ी रुढ़ रही है ये लवा लब दो दरिया चल रहे हैं। हंकार ते मान दे दोवें दरिया चल रहे हैं। कदी असीं उधर डुब जाने, कदी उधर डुब जाने। ये सैंत सानू पार कर देणगे। पर जे साढ़े विच इन्हां चीज़ां दा प्रवेश रहा ये रहीआं तो फिर नहीं सानू जान देंदियां अगे। जदों असीं नरोल होवांगे फिर जो गुरु साहब जी बाणी च फरमा रहे ठीक फरमा रहे। हाँ जी। धर्म राय की कान चुकावे। कान आम लोग पिंडां 'च भी कहते हैं कि किसी बंदा गुजर जाए, कोई अज आया, कोई कल आया, कोई परसों आया, इदां उन्होंने सारा वक्त पिया रहिंदा। एक घर का बंदा चला जाता, दूसरा दुनिया के वक्त पिया रहिंदा, उसनूं कहते हैं कान। गुरु साहब जी फरमाउंदे है कि तेरे भी कान पई रहनी है। कदी तू किसी जन्म विच जाना, उतों मरिया, दूसरे जन्म विच गया, तीसरे च गया, चौथे च गया, 84 च पाउंदा रहेगा और धर्मराज दे पेश होंदा रहेगा। ये तेरी धर्मराज की कान मुक जाएगी। सतगुर तेरे ते दया करनगे और तेरी मुक्ति हो जाएगी, तू अपने देश चला जाएगा। हाँ जी। धर्म राय की कान चुकावे। बिख डुबदा काड कढ़ी जै। परम सूके बहु उब सुख कहिए। मिल साधु संग रही जै। गुरु साहब जी बड़े प्यार दे नाल फरमा रहे है कि जिहड़ा जीव भरम विच पै जांदा है वो उब सुख हो जाता है, ना वो हरा ते ना सुक्का। इस आम जिमीदारां नूं पता जिहड़ा खेतीबाड़ी का काम करदे है कि कई दरख्त ऐसे हुंदे है कि अद्धे सुक्के हुंदे अद्धे हरे हुंदे। उन्होंने कहते हैं उब सुख। उन्हां दे विच एक बीमारी लग जाती है। वो बीमारी जिहड़ी हौली हौली उन्हां दा उहदा रस जिहड़ा दरख्त का खांदी जाती है, वो दरख्त भुग्गा हो जाता, उसकी कीमत कोई नहीं होंदी। इस तरह असी भी जीव जदों परमार्थ विच चलते हैं तो अगों असी जिस तरह दरियावां दीयां लहरां देख के वापस आ जाते हैं। कोई बंदा दरिया टप्पना शुरू करता है, दरिया की लहर देख के पिछे हो जाता, फिर दलेरी करता, फिर अगे चला जाता, फिर वापस आ जाता है। ये हालत साड़ी होंदी है। असी भी भरम विच पे रहने हैं, असी भी उब सुख हो जाते हैं। ना असी रवार ते ना पार, ना अगे गए तो ना पिछे रहे,
ਰੇ ਵੀ ਦਰਿਆ ਦੇ ਵਿੱਚ ਤੁਰੇ ਵੀ ਰਹੇ, ਲੇਕਿਨ ਸਾਡਾ ਸਫ਼ਰ ਮੁੱਕਾ ਨਹੀਂ। ਆਸ਼ਿਕ ਜਿਹੜੇ ਮਾਲਕ ਦੇ ਪਿਆਰੇ ਹੈ, ਜਿਸ ਤਰ੍ਹਾਂ ਬਾਣੀ 'ਚ ਫਰਮਾਇਆ, ਸਾਧ ਕੋ ਮਿਲਨ ਜਾਈਏ ਸਾਥ ਨਾ ਲੀਜੇ ਕੋਏ, ਪਿੱਛੇ ਪਾਉ ਨਾ ਦੀਜੀਏ ਅੱਗੇ ਹੋਏ ਤੇ ਹੋਏ। ਭਾਈ ਜੇ ਤੂੰ ਸਾਧੂ ਨੂੰ ਮਿਲਣ ਜਾਣਾ ਹੈ, ਫਿਰ ਤੂੰ ਪਿੱਛੇ ਨਾ ਪੈਰ ਕਰ, ਫਿਰ ਤੂੰ ਅੱਗੇ ਨੂੰ ਕਰ। ਫਿਰ ਕੋਈ ਵੀ ਫੁਰਨਾ ਨਾ ਮਨ 'ਚ ਲਿਆ, ਕੋਈ ਵੀ ਖਿਆਲ ਨਾ ਲਿਆ, ਤੁਰਨ ਵਾਲੀ ਗੱਲ ਕਰ। ਤੂੰ ਇੱਕ ਦਿਨ ਜ਼ਰੂਰ ਆਪਣੇ ਮਕਸਦ ਮੰਜ਼ਿਲ ਪਰ ਪਹੁੰਚ ਜਾਏਗਾ ਔਰ ਤੇਰਾ ਕੰਮ ਹੋ ਜਾਏਗਾ। ਤੁਰਿਆ ਪਹੁੰਚ ਜਾਂਦਾ ਹੈ, ਬੈਠਾ ਨਹੀਂ ਪਹੁੰਚ ਸਕਦਾ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ। ਹਾਂਜੀ। ਪਰਮ ਸੁਖੇ ਬਹੁ ਉਬ ਸੁਖ ਕਹੀਐ, ਮਿਲ ਸਾਧੂ ਸੰਗ ਹਰੀ ਜੈ। ਤਾਤੇ ਬਿਮਲ ਪਲਟਿਲ ਮਤ ਕੀ ਜੈ, ਜਾਏ ਸਾਧੂ ਚਰਨ ਲਗੀ ਜੈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ, ਅਗਰ ਅਸੀਂ ਸੁੱਕੇ ਹੀ ਹਰੇ ਹੋ ਸਕਦੇ ਹਾਂ ਤਾਂ ਫਿਰ ਸਾਨੂੰ ਢਿੱਲ ਨਹੀਂ ਕਰਨੀ ਚਾਹੀਦੀ। ਜਲਦੀ ਤੋਂ ਜਲਦੀ ਸਾਨੂੰ ਸਾਧੂਆਂ ਦੀ ਸੰਗਤ ਕਰਨੀ ਚਾਹੀਦੀ। ਜਿਸ ਤਰ੍ਹਾਂ, ਕਿਉਂਕਿ ਸਾਧੂ ਸਾਨੂੰ ਹਰਾ ਕਿੱਦਾਂ ਕਰਦੇ ਹੈ, ਉਹ ਆਪ ਹਰੇ ਹੁੰਦੇ ਹੈ, ਉਹਨਾਂ ਵਿੱਚ ਜਤ ਸਤ ਹੁੰਦਾ ਹੈ, ਉਹਨਾਂ ਦੀ ਸ਼ਬਦ ਦੀ ਕਮਾਈ ਹੁੰਦੀ ਹੈ। ਉਹ ਸਾਨੂੰ ਵੀ ਉਸ ਦਾ ਪਾਣੀ ਦੇ ਕੇ ਸਾਡੇ ਕੋਲੋਂ ਵੀ ਕਰਾ ਕੇ ਉਹਨੂੰ ਹਰਾ ਕਰ ਦਿੰਦੇ। ਜਦੋਂ ਪੂਰਨ ਭਗਤ ਨੂੰ ਗੋਰਖਨਾਥ ਨੇ ਕਿਹਾ ਕਿ ਜਾ ਹੁਣ ਆਪਣੇ ਸ਼ਹਿਰ ਵਿੱਚ, ਤੇਰਾ ਯੋਗ ਜਿਹੜਾ ਹੈ ਪੂਰਾ ਹੋ ਗਿਆ। ਅਤੇ ਜਿਸ ਜਿਹੜਾ ਬਾਗ ਸੀ ਉਹਨਾਂ ਦਾ, ਉਹ ਬਾਗ ਜਦੋਂ ਪੂਰਨ ਗਿਆ ਸੀ ਤਾਂ ਬਾਗ ਸੁੱਕ ਗਿਆ ਸੀ ਸਾਰਾ। ਬਾਗ ਸੁੱਕ ਗਿਆ ਸੀ। ਜਦੋਂ ਉਸ ਬਾਗ ਦੇ ਵਿੱਚ ਆ ਕੇ ਡੇਰਾ ਲਾਇਆ ਤਾਂ ਸਾਰਾ ਬਾਗ ਹਰਾ ਹੋ ਗਿਆ ਸੀ। ਇਤਿਹਾਸ ਦੱਸਦਾ ਹੈ, ਇਤਿਹਾਸ ਇਹ ਦੱਸਦਾ ਹੈ ਕਿ ਉਹ ਬਾਗ ਸਾਰਾ ਹੀ ਹਰਾ ਹੋ ਗਿਆ ਸੀ। ਕਿਉਂ? ਉਹ ਵੀ ਜਤ ਸਤ ਵਾਲਾ ਸੀ। ਜਦੋਂ ਲੂਣਾ ਨੇ ਉਹਦੇ ਬੇਈਮਾਨੀ ਕੀਤੀ, ਮਨ ਫਿਰਿਆ ਲੂਣਾ ਦਾ, ਉਸ ਵੇਲੇ ਵੀ ਉਸਨੇ ਕਿਹਾ ਸੀ, ਪੂਰਨ ਨੇ ਕਿਹਾ ਸੀ, ਕਾਦਰ ਯਾਰ ਜਾਂ ਸੀਲਾਂ ਦੇ ਅਸੀਂ ਜਾਏ, ਕੋਈ ਯਾਦ ਕਮਜਾਤ ਬੇਸ਼ਰਮ ਨਹੀਂ। ਉਸਨੇ ਆਪਣੀ ਮਾਤਾ ਨੂੰ ਕਿਹਾ ਕਿ ਮੈਨੂੰ ਕੋਈ ਬੇਸ਼ਰਮ ਨਾ ਸਮਝਿਆ ਤੂੰ, ਜਿਹੜੀ ਗੱਲ ਤੂੰ ਕਹਿਣ ਡਈ ਹੈ ਮੈਂ ਨਹੀਂ ਇਹ ਸਮਝਦਾ। ਬੇਈਮਾਨ ਹੋ ਗਈ। ਤਦ ਉਹਨੇ ਹੱਥ ਪੈਰ ਉਹਦੇ ਟਿਕਾ ਦਿੱਤੇ। ਇਹ ਵੀ ਪਿਛਲਾ ਇੱਕ ਸਰਾਪ ਸੀ, ਬਹੁਤ ਲੰਬੀ ਸਾਖੀ ਹੈ। ਜੇ ਇੱਕ ਬਾਗ ਦਰਖਤ ਹਰਾ ਹੋ ਸਕਦਾ ਹੈ ਅਤੇ ਕਿਆ ਸਾਧੂ ਵੀ, ਜੇ ਸਾਧੂ ਜਤ ਸਤ ਵਾਲਾ ਹੋਵੇ ਅਤੇ ਜੇ ਸਿੱਖ ਉਹਦੀ ਸੰਗਤ ਕਰੇ, ਉਹਦਾ ਕਹਿਣਾ ਮੰਨੇ, ਅਤੇ ਕੀ ਉਹ ਨਹੀਂ ਹਰਾ ਹੋ ਸਕਦਾ? ਉਹ ਵੀ ਹਰਾ ਹੋ ਸਕਦਾ। ਇੱਕ ਸੋਚਣ ਵਾਲੀ ਗੱਲ ਹੈ। ਇਤਿਹਾਸ ਦੱਸ ਰਿਹਾ ਹੈ ਕਿ ਉਹ ਬਾਗ ਹਰਾ ਹੋ ਗਿਆ ਸੀ ਔਰ ਜਦੋਂ ਉਹਦੀ ਮਾਤਾ ਅਸ਼ਨਾ ਆਈ ਸੀ, ਉਹ ਅੰਨੀ ਹੋਈ ਸੀ ਰੋ ਰੋ ਕੇ ਪੁੱਤਰ ਦੇ ਵਿਯੋਗ ਵਿੱਚ। ਅਤੇ ਜਦੋਂ ਲੋਕਾਂ ਨੇ ਦੱਸ ਪਾਈ ਕਿ ਬਾਗ ਹਰਾ ਹੋ ਗਿਆ, ਕੋਈ ਸਾਧੂ ਆਇਆ, ਜਾ ਤੂੰ ਵੀ ਦਰਸ਼ਨ ਕਰ, ਮਾ ਤੈਨੂੰ ਅੱਖਾਂ ਮਿਲ ਜਾਣ। ਅਤੇ ਜਦੋਂ ਉਹ ਆਈ ਅਤੇ ਉਹ ਪੂਰਨ ਜਦੋਂ ਬੋਲਿਆ ਅਤੇ ਉਹ ਫਿਰ ਉਸਨੇ ਕਿਹਾ ਕਿ ਅੱਖੀਂ ਦਿਸੇ ਤਾਂ ਪੁੱਤ ਨੂੰ ਦੇਖ ਲੈਵਾਂ, ਬੋਲੀ ਵੱਲੋਂ ਮੈਂ ਪੁੱਤ ਜਮਾਇਆ। ਉਸਨੇ ਕਿਹਾ ਕਿ ਜਿਹੜੀ ਬੋਲੀ ਹੈ ਇਹ ਮੇਰੇ ਪੁੱਤ ਦੀ ਹੈ, ਪੂਰਨ ਦੀ ਹੈ। ਫਿਰ ਉਹਨੂੰ ਪਾਣੀ ਦਾ ਛੱਟਾ ਮਾਰਿਆ ਸੀ, ਉਹਦੀਆਂ ਅੱਖਾਂ ਠੀਕ ਹੋ ਗਈਆਂ। ਇਸ ਵਾਸਤੇ ਜਤ ਸਤ ਜਿਹੜਾ ਹੈ, ਕੋਈ ਵੀ ਸਾਧੂ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਉਹਦੀ ਸੰਗਤ ਅਸੀਂ ਕਰਾਂਗੇ ਅਤੇ ਅਸੀਂ ਵੀ ਹਰੇ ਹੋ ਜਾਵਾਂਗੇ।
ਸਾਨੂੰ ਕਾਮ ਕ੍ਰੋਧ ਮੋਹ ਲੋਭ ਹੰਕਾਰ ਸਾਡੇ ਅੰਦਰ ਜਿਹੜੀਆਂ ਤਾਕਤਾਂ ਨੇ ਸਾਨੂੰ ਸੁਕਾ ਰਹੀਆਂ ਨੇ, ਸਾਨੂੰ ਬਰਬਾਦ ਕਰ ਰਹੀਆਂ ਨੇ, ਉਹ ਇਹਨਾਂ 'ਤੇ ਸਭ ਤੋਂ ਪਹਿਲਾਂ ਕੰਟਰੋਲ ਕਰਦੇ ਹੈ। ਹਾਂਜੀ। ਤਾਤੇ ਬਿਲਮ ਅਬ ਢਿਲ ਮਤ ਕੀਜੈ, ਜਾਏ ਸਾਧੂ ਚਰਨ ਲਗੀਜੈ, ਰਾਮ ਨਾਮ ਕੀਰਤਨ ਰਤਨ ਵਾਥ, ਹਰ ਸਾਧੂ ਪਾਸ ਰਖੀਜੈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਿਸ ਚੀਜ਼ ਦੀ ਅਸੀਂ ਮੰਗ ਕਰ ਰਹੇ ਹਾਂ ਉਹ ਹੈ ਕਿੱਥੇ ਹੈ, ਸਾਨੂੰ ਕਿੱਥੋਂ ਮਿਲੇਗੀ। ਕਿਸੇ ਦੁਕਾਨ ਤੋਂ ਮਿਲ ਸਕਦੀ ਹੈ, ਕਿਸੇ ਜੰਗਲਾਂ ਪਹਾੜਾਂ ਤੋਂ, ਜਾਂ ਕਿਸੇ ਤੀਰਥ ਤੋਂ, ਕਿੱਥੋਂ ਸਾਨੂੰ ਮਿਲ ਸਕਦੀ ਹੈ ਉਹ ਤਾਕਤ। ਗੁਰੂ ਸਾਹਿਬ ਜੀ ਆਪਣੀ ਦੱਸ ਆਪ ਹੀ ਪਾ ਰਹੇ ਹੈ ਕਿ ਰਾਮ ਨਾਮ ਵਤ ਕੀਰਤਨ, ਉਹ ਵਤ ਜਿਹੜੀ ਹੈ ਉਹ ਕਿਸ ਪ੍ਰਮਾਤਮਾ ਨੇ ਇੱਕ ਸਾਧੂ ਦੇ ਪਾਸ ਰੱਖੀ ਹੈ, ਉਹ ਸਾਧੂ ਦੇ ਪਾਸ ਰੱਖੀ ਹੈ। ਹੁਣ ਸਾਧੂ ਦੇ ਪਾਸੋਂ ਅਸੀਂ ਸੋਚਣਾ ਕਿ ਅਸੀਂ ਕਿਸ ਤਰ੍ਹਾਂ ਲੈ ਸਕਦੇ ਹਾਂ। ਕਿਆ ਪੈਸਿਆਂ ਨਾਲ ਲੈ ਸਕਦੇ ਹਾਂ, ਜ਼ੋਰ ਨਾਲ ਲੈ ਸਕਦੇ ਹਾਂ, ਅਕਲ ਨਾਲ ਲੈ ਸਕਦੇ ਹਾਂ, ਕਿਸ ਤਰੀਕੇ ਨਾਲ ਲੈ ਸਕਦੇ ਹਾਂ ਅਸੀਂ। ਗੁਰੂ ਸਾਹਿਬ ਜੀ ਅੱਗੇ ਫਰਮਾਉਂਦੇ ਹੈ। ਹਾਂਜੀ। ਰਾਮ ਨਾਮ ਕੀਰਤਨ ਰਤਨ ਵਾਥ, ਹਰ ਸਾਧੂ ਪਾਸ ਰਖੀਜੈ, ਜੋ ਬਚਨ ਗੁਰ ਸਤ ਸਤ ਕਰ ਮਾਨੈ, ਤਿਸ ਆਗੇ ਕਾਢ ਤਰੀਜੈ। ਸੰਤਾਂ ਦੀ ਬਾਣੀ ਮੁਸ਼ਤਰਕਾ ਹੈ, ਉਹ ਕਿਸੇ ਦਾ ਨਾਂ ਨਹੀਂ ਲੈਂਦੇ। ਜੋ ਬਚਨ ਸਤ ਸਤ ਕਰ ਮਾਨੇ, ਉਹਨਾਂ ਕਿਸੇ ਦਾ ਨਾਂ ਨਹੀਂ ਲਿਆ। ਜੋਤ ਕਿਹਾ ਹੈ, ਜੋ ਵੀ ਉਹਨਾਂ ਦਾ ਬਚਨ ਮੰਨੇਗਾ ਔਰ ਜੋ ਕੰਮ ਦੱਸਣ ਸੋ ਕਰੇਗਾ, ਉਹਦੇ ਅੱਗੇ ਉਹ ਕੱਢ ਕੇ ਰੱਖ ਦੇਣਗੇ। ਉਹ ਦੌਲਤ ਜਿਹੜੀ ਹੈ ਉਹ ਸਾਨੂੰ ਅਕਲ ਨਾਲ ਨਹੀਂ ਮਿਲ ਸਕਦੀ, ਪੈਸਿਆਂ ਨਾਲ ਨਹੀਂ ਮਿਲ ਸਕਦੀ, ਜ਼ੋਰ ਨਾਲ ਨਹੀਂ ਮਿਲ ਸਕਦੀ, ਬਚਨ ਮੰਨਣ ਨਾਲ ਮਿਲ ਸਕਦੀ ਹੈ। ਗੁਰੂ ਸਾਹਿਬ ਨੇ ਆਪ ਆਪਣੇ ਸਤਿਗੁਰ ਦਾ ਬਚਨ ਮੰਨਿਆ ਔਰ ਬਚਨ ਮੰਨ ਕੇ ਜੋ ਵੀ ਉਹਨਾਂ ਕੰਮ ਦੱਸਿਆ ਸੋ ਕੀਤਾ ਹੈ ਔਰ ਉਸ ਦੌਲਤ ਨੂੰ ਲੈ ਲਿਆ। ਹਾਂਜੀ। ਜੋ ਬਚਨ ਗੁਰ ਸਤ ਸਤ ਕਰ ਮਾਨੈ, ਤਿਸ ਆਗੇ ਕਾਢ ਤਰੀਜੈ, ਸੰਤੋ ਸੁਨੋ ਸੁਨੋ ਜਨ ਪਾਈ, ਗੁਰ ਕਾਢੀ ਬਾਹ ਕੋ ਕੀਜੈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਸੰਤੋ ਸੁਨੋ ਸੁਨੋ ਜਨ ਪਾਈ। ਜਦ ਵੀ ਸੰਤ ਮਹਾਂਪੁਰਖ ਆਏ ਹੈ, ਉਹ ਛਪ ਲੁਕ ਕੇ ਉਹਨਾਂ ਨੇ ਆਪਣਾ ਉਪਦੇਸ਼ ਨਹੀਂ ਕੀਤਾ, ਬਾਂਹ ਕੱਢ ਕੇ ਰੌਲਾ ਪਾਇਆ। ਆਓ ਤੁਹਾਨੂੰ ਰਸਤਾ ਦੱਸੀਏ, ਆਓ ਮਾਲਕ ਦੇ ਘਰ ਦਾ ਰਸਤਾ ਦੱਸੀਏ, ਆਓ ਸਾਡੇ ਆਖੇ ਲੱਗੋ। ਸਾਰੇ ਸੰਤ ਮਹਾਂਪੁਰਖ ਜਿਤਨੇ ਵੀ ਆਏ ਦੁਨੀਆ 'ਤੇ, ਉਹਨਾਂ ਨੇ ਇਹੀ ਰੌਲਾ ਪਾਇਆ ਕਿ ਆਓ ਤੁਹਾਨੂੰ ਦੱਸੀਏ ਰਸਤਾ, ਕਿਸ ਰਸਤੇ ਤੁਸੀਂ ਜਾ ਰਹੇ ਹੋ ਔਰ ਮਾਲਕ ਦੇ ਘਰ ਪਹੁੰਚਣ ਵਾਸਤੇ ਕਿਹੜਾ ਰਸਤਾ ਹੈ। ਆਓ ਸਾਡੇ ਪਾਸ ਅਸੀਂ ਤੁਹਾਨੂੰ ਸਮਝਾਈਏ। ਲੇਕਿਨ ਅਸੀਂ ਸਮਝੇ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਪਣੇ ਵਕਤ ਪਰ ਆਏ ਤਾਂ ਉਹਨਾਂ ਨੂੰ ਅਸੀਂ ਲੋਕਾਂ ਨੇ ਕੁਰਾਈਏ ਕਿਹਾ।
ਦੁਨੀਆ ਨੇ ਕੁਰਾਈਏ ਕਿਹਾ ਕਿ ਕੁਰਾਏ ਪਾਉਂਦੇ ਹੈ, ਇਹਨਾਂ ਦੇ ਲਾਗੇ ਨਹੀਂ ਜਾਣਾ। ਮਰਦਾਨੇ ਨੂੰ ਇਸ ਵਾਸਤੇ ਉਹਨਾਂ ਰੱਖਿਆ ਸੀ ਲਾਗੇ ਨਾਲ ਕਿ ਮਰਦਾਨਾ ਸਿਤਾਰ ਵਜਾਉਂਦਾ ਹੁੰਦਾ ਸੀ ਅਤੇ ਸ਼ਬਦ ਪੜ੍ਹਦਾ ਸੀ, ਸੁਰ ਬੜੀ ਅੱਛੀ ਸੀ। ਲੋਕ ਬਾਹਰਲੀ ਆਵਾਜ਼ 'ਤੇ ਬੜੇ ਮਸਤ ਰਹਿੰਦੇ ਹੈ। ਹੁਣ ਵੀ ਤੁਸੀਂ ਕੋਈ ਢੋਲ ਵਜਾਓ ਤਾਂ ਸਾਰੀ ਦੁਨੀਆ ਇਕੱਠੀ ਹੋ ਜਾਂਦੀ ਹੈ, ਭਾਵੇਂ ਕੱਖ ਵੀ ਨਹੀਂ ਹੋਵੇ ਅੱਗੇ। ਸਿਤਾਰ ਵਜਾਉਂਦਾ ਹੁੰਦਾ ਸੀ, ਸ਼ਬਦ ਪੜ੍ਹਦਾ ਸੀ, ਲੋਕ ਇਕੱਠੇ ਹੁੰਦੇ ਸਨ, ਇੱਦਾਂ ਕੋਈ ਲਾਗੇ ਆਉਂਦਾ ਨਹੀਂ ਸੀ। ਫਿਰ ਜਦੋਂ ਲੋਕਾਂ ਨੇ ਇਕੱਠੇ ਹੋਣਾ, ਫਿਰ ਗੁਰੂ ਸਾਹਿਬ ਨੇ ਆਪਣਾ ਉਪਦੇਸ਼ ਕਰਨਾ, ਫਿਰ ਦੱਸਣਾ ਉਹਨਾਂ ਲੋਕਾਂ ਨੂੰ। ਇੱਦਾਂ ਲੋਕ ਇਕੱਠੇ ਨਹੀਂ ਸੀ ਹੁੰਦੇ, ਇਸ ਵਾਸਤੇ ਮਰਦਾਨੇ ਨੂੰ ਨਾਲ ਰੱਖਿਆ ਸੀ। ਹਾਂਜੀ। ਸੰਤੋ ਸੁਨੋ ਸੁਨੋ ਜਨ ਭਾਈ, ਗੁਰ ਕਾਢੀ ਬਾਹ ਕੋ ਕੀਜੈ। ਜੇ ਆਤਮ ਕੋ ਸੁਖ ਸੁਖ ਨਿਤ ਲੋੜੋ, ਤਾਂ ਸਤਿਗੁਰ ਸ਼ਰਨ ਪਵੀਜੈ। ਮਹਾਰਾਜ ਚੌਥੀ ਪਾਤਸ਼ਾਹੀ ਜੋ ਕੁਛ ਵੀ ਉਹਨਾਂ ਨੇ ਆਪ ਕੀਤਾ ਹੈ, ਉਹੀ ਉਪਦੇਸ਼ ਦੇ ਰਹੇ ਆ, ਉਹੀ ਸਮਝਾ ਰਹੇ ਹੈ। ਅਗਰ ਜੇ ਤੁਸੀਂ ਆਪਣੀ ਆਤਮਾ ਨੂੰ ਸੁਖੀ ਰੱਖਣਾ ਚਾਹੁੰਦੇ ਹੋ, ਫਿਰ ਸਤਿਗੁਰ ਦੀ ਸ਼ਰਨ ਵਿੱਚ ਆਓ। ਆਤਮ ਘਾਤੀ ਮਹਾ ਪਾਪੀ। ਜਦੋਂ ਅਸੀਂ ਖੋਟੇ ਕਰਮ ਕਰਦੇ ਹਾਂ ਤਾਂ ਸਜ਼ਾ ਸਾਡੀ ਆਤਮਾ ਨੂੰ ਪੈਣੀ ਹੈ। ਅਸੀਂ ਆਪਣੀ ਆਤਮਾ ਦਾ ਆਪ ਹੀ ਘਾਤ ਕਰਦੇ ਹਾਂ। ਅਗਰ ਅਸੀਂ ਸੁਖੀ ਰੱਖਣਾ ਹੈ ਤਾਂ ਫਿਰ ਸਾਨੂੰ ਸੰਤਾਂ ਮਹਾਂਪੁਰਖਾਂ ਦੀ ਸਪੋਰਟ ਚਾਹੀਦੀ ਹੈ, ਉਹਨਾਂ ਦੀ ਸੰਗਤ ਚਾਹੀਦੀ ਹੈ। ਉਹ ਸਾਨੂੰ ਨੇਕ ਪਾਕ ਸਲਾਹ ਦੱਸਣਗੇ, ਅੱਛੇ ਕੰਮ ਕਰਨ ਵਾਸਤੇ ਸਾਨੂੰ ਕਹਿਣਗੇ, ਭਜਨ ਸਿਮਰਨ ਕਰਨ ਵਾਸਤੇ ਸਾਨੂੰ ਉਹ ਪ੍ਰੇਰਨਾ ਦੇਣਗੇ, ਜਿਹਦੇ ਵਿੱਚ ਸਾਨੂੰ ਸੁਖ ਮਿਲ ਜਾਏਗਾ। ਹਾਂਜੀ। ਜੇ ਆਤਮ ਕੋ ਸੁਖ ਸੁਖ ਨਿਤ ਲੋੜੋ, ਤਾਂ ਸਤਿਗੁਰ ਸ਼ਰਨ ਪਵੀਜੈ। ਜੇ ਬਡ ਭਾਗ ਹੋਏ ਅਤਨੀ ਕਾ, ਤਾਂ ਗੁਰਮਤਿ ਨਾਮ ਦਿਰੜੀ ਜੈ। ਗੁਰੂ ਸਾਹਿਬ ਜੀ ਇਹ ਵੀ ਭਾਗਾਂ ਦੇ ਬਾਰੇ ਦੱਸ ਰਹੇ ਹੈ ਕਿ ਜੀਵ ਦੇ ਅੱਛੇ ਭਾਗ ਹੋਣਗੇ, ਅੱਛੀ ਸੰਗਤ ਹੋਵੇਗੀ, ਅਤੇ ਫਿਰ ਇਹ ਸਤਿਗੁਰ ਦਾ ਨਾਮ ਜਪੇਗਾ। ਤਦ ਹੀ ਉਸ ਪਾਸੇ ਚੱਲਦਾ ਹੈ। ਇਹ ਸੰਗਤ ਵੀ ਸਾਨੂੰ ਲੈ ਕੇ ਬਹਿ ਜਾਂਦੀ ਹੈ। ਸੰਗਤ ਦੇ ਮਨਸਰ ਸਭ ਕੁਛ ਹੈ। ਜੇ ਮਾੜੀ ਸੰਗਤ ਮਿਲ ਜਾਏ ਤਾਂ ਸਾਨੂੰ ਲੈ ਕੇ ਬਹਿ ਜਾਓ, ਮਾੜੇ ਪਾਸੇ ਲੈ ਜਾਓ। ਅਗਰ ਸਾਨੂੰ ਅੱਛੀ ਸੰਗਤ ਮਿਲ ਜਾਏਗੀ, ਸਾਨੂੰ ਅੱਛੇ ਪਾਸੇ 'ਤੇ ਲੈ ਜਾਏਗੀ। ਗੁਰੂ ਸਾਹਿਬ ਜੀ ਜੋ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ। ਸਾਡੇ ਭਾਗ ਜਦੋਂ ਬਣਨੇ ਆ, ਅੱਛੀ ਸੰਗਤ ਨਾਲ ਬਣਨੇ। ਮਾੜੀ ਸੰਗਤ ਨਾਲ ਸਾਡੇ ਭਾਗ ਨਹੀਂ ਬਣ ਸਕਦੇ। ਮਾੜੀ ਸੰਗਤ ਨਾਲ ਸਾਡੇ ਭਾਗ ਬਣੇ ਹੋਏ ਕੈਂਸਲ ਹੋ ਸਕਦੇ ਹੈ, ਜਾਣੇ ਬਣ ਨਹੀਂ ਸਕਦੇ। ਮਾੜੇ ਕਰਮ ਕਰਕੇ ਤੁਸੀਂ ਸੋਚੋ, ਇੱਕ ਮਾੜਾ ਕਰਮ ਕਰਕੇ ਬੰਦਾ ਜੇਲ੍ਹ 'ਚ ਚਲਾ ਜਾਂਦਾ। ਜਿਹੜਾ ਨਹੀਂ ਕਰਦਾ ਉਹ ਤਾਂ ਨਹੀਂ ਜਾਂਦਾ। ਇੱਥੇ ਹੀ ਵਿਚਾਰ ਕਰ ਲਓ। ਜੇਲ੍ਹ ਵਿੱਚ ਚਲਾ ਜਾਂਦਾ ਹੈ। ਕੋਈ ਵੀ ਮਾੜਾ ਕਰਮ ਕਰਦਾ ਹੈ ਬੰਦਾ, ਕੋਈ ਵੀ ਹੈ, ਭਾਵੇਂ ਚੋਰੀ ਠੱਗੀ ਕਰਦਾ, ਕੋਈ ਕਰਦਾ ਹੈ। ਜਿਹੜਾ ਨਹੀਂ ਕਰਦਾ ਉਹ ਤਾਂ ਨਹੀਂ ਜਾਂਦਾ। ਇੱਕ ਫਾਂਸੀ ਚੜ੍ਹ ਜਾਂਦਾ ਹੈ, ਇੱਕ ਜਿਹੜਾ ਨਹੀਂ ਕਰਦਾ ਉਹ ਨਹੀਂ ਚੜ੍ਹਦਾ ਹੈਗਾ। ਇੱਕ 84 ਵੀ ਜਾ ਕੇ ਕੁੱਤੇ ਬਿੱਲੇ ਕੀੜੇ ਮਕੌੜੇ ਬਣਨਾ, ਪਸ਼ੂ ਪਰਿੰਦੇ ਬਣਨਾ ਹੈ। ਜਿਹੜਾ ਨਹੀਂ, ਜਿਹੜਾ ਬੰਦਗੀ ਕਰਦਾ ਹੈ, ਉਹ ਆਪਣੇ ਦੇਸ਼ ਚਲਾ ਜਾਂਦਾ। 84 ਦਾ ਚੱਕਰ ਖਤਮ ਹੋ ਜਾਂਦਾ ਹੈ। ਇਹ ਸੰਗਤ ਦੇ ਮਨਸਰ ਹੈ ਸਭ ਕੁਛ। ਜੈਸੀ ਜੈਸੀ ਸੰਗਤ ਮਿਲਦੀ ਹੈ, ਐਸੇ ਬੰਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।
ਉਹਨਾਂ ਕੰਮਾਂ ਦਾ ਫਲ ਫਿਰ ਉਸੇ ਤਰ੍ਹਾਂ ਮਿਲਦਾ ਹੈਗਾ। ਹਾਂਜੀ। ਜੇ ਬੜ ਭਾਗ ਹੋਏ ਅਤਨੀ ਕਾ ਤਾ ਗੁਰਮਤਿ ਨਾਮ ਦਰੜੀ ਜੈ। ਸਭ ਮਾਇਆ ਮੋਹ ਬਿਖਮ ਜਗ ਤਰੀਐ ਸਹਜੇ ਹਰ ਰਸ ਪੀਜੈ। ਗੁਰੂ ਸਾਹਿਬ ਜੀ ਸਹਿਜੇ ਦੱਸ ਰਹੇ ਹੈ, ਇਹ ਜਲਦਬਾਜ਼ੀ ਦਾ ਕੰਮ ਨਹੀਂ। ਇਹ ਸਾਰੇ ਇਸ ਦੇ ਕਰਮ ਨਾਸ਼ ਹੋ ਜਾਣਗੇ। ਜਦੋਂ ਬੰਦਗੀ ਕਰੇਗਾ ਆਸਤੇ ਆਸਤੇ ਇਹਦੇ ਕਰਮ ਨਾਸ਼ ਹੋਣਗੇ, ਅੱਛੇ ਕਰਮ ਬਣਨਾ ਸ਼ੁਰੂ ਹੋ ਜਾਣਗੇ। ਇਹ ਫਿਰ ਸਹਿਜੇ ਸਹਿਜੇ ਹੀ ਇਸ ਨੂੰ ਉਹ ਤਾਕਤ ਮਿਲੇਗੀ। ਕਈ ਵਾਰ ਅੱਗੇ ਵੀ ਦੱਸਿਆ, ਤੁਸੀਂ ਕਿਸੇ ਵੀ ਵਾਰ ਪੌਦੇ ਵੱਲ ਧਿਆਨ ਲੈ ਜਾਓ, ਕਿਸੇ ਪਸ਼ੂ ਵੱਲ ਧਿਆਨ ਲੈ ਜਾਓ, ਕਿਸੇ ਹੋਰ ਚੀਜ਼ ਵੱਲ, ਕਿਸੇ ਪੌਦੇ ਨੂੰ ਅਸੀਂ ਲਗਾਉਂਦੇ ਹਾਂ, ਅਸੀਂ ਉਸੇ ਵਕਤ ਉਹਦਾ ਫਲ ਨਹੀਂ ਖਾਂਦੇ, ਉਹਦੀ ਸਾਨੂੰ ਸੇਵਾ ਕਰਨਾ ਪਏਗੀ ਔਰ ਸਾਨੂੰ ਪਸ਼ੂਆਂ ਤੋਂ ਬਚਾਉਣਾ ਪਏਗਾ। ਕੋਈ ਪਸ਼ੂ ਨਾ ਉਹਨੂੰ ਖਾ ਜਾਏ, ਫਿਰ ਵੀ ਸਮਾਂ ਲੱਗ ਜਾਂਦਾ ਹੈਗਾ। ਜੇ ਪਸ਼ੂ ਉਸ ਪੌਦੇ ਨੂੰ ਉੱਤੋਂ ਖਾ ਜਾਏਗਾ ਫਿਰ ਉਹਦੇ ਪੌਂਗਣ ਵਾਸਤੇ ਬਹੁਤ ਸਮਾਂ ਲੱਗਦਾ ਹੈ। ਸਾਡੇ ਅੰਦਰ ਵੀ ਉਹ ਪਸ਼ੂ ਹੈਗੇ ਨੇ, ਕਾਮ ਕ੍ਰੋਧ, ਜਿਹੜੇ ਸਾਡੇ ਨਾਮ ਨੂੰ ਖਾ ਜਾਂਦੇ ਆ। ਫਿਰ ਸਾਨੂੰ ਵਾਪਸ ਆਉਣਾ ਪੈਂਦਾ, ਫਿਰ ਸਮਾਂ ਲੱਗਦਾ ਸਾਡਾ। ਉਹ ਵੀ ਖਾ ਜਾਂਦੇ ਹੈ। ਉਹਦੇ ਬਾਰੇ ਵੀ ਫਕੀਰ ਜਿਹੜੇ ਦਿਨ ਰਾਤ ਜਾਗਦੇ ਹੈ ਔਰ ਮਾਲਕ ਦਾ ਸਿਮਰਨ ਕਰਦੇ ਆ। ਔਰ ਸਵਾਮੀ ਜੀ ਮਹਾਰਾਜ ਨੇ ਛਪਾਈ ਦੀ ਇਹਦੀ ਹਸਤੀ ਰੱਖੀ ਹੈ ਕਿ ਛਪਾਈ ਜਿਸ ਤਰ੍ਹਾਂ ਬਿਲਕੁਲ ਟੈਨਸ਼ਨ ਰਹਿੰਦਾ ਹੈ, ਇਸ ਤਰ੍ਹਾਂ ਨਾਮ ਜਪਣ ਵਾਲਾ ਵੀ ਸਿੱਖ ਬਿਲਕੁਲ ਹੀ ਹੁਸ਼ਿਆਰ ਰਹਿੰਦਾ ਹੈ। ਨਾਮ ਜਪਣ ਵਾਲੇ ਨੂੰ ਵੀ ਬਿਲਕੁਲ ਹੀ ਹੁਸ਼ਿਆਰ ਹੀ ਰਹਿਣਾ ਪੈਂਦਾ ਹੈ ਕਿ ਦੇਖੀ ਕਿਤੇ ਧੋਖਾ ਨਾ ਖਾ ਜਾਈਂ। ਸਵਾਮੀ ਜੀ ਮਹਾਰਾਜ ਛਪਾਈ ਦੀ ਅਸੀਂ ਕਿ ਛਪਾਈ ਜਿਸ ਤਰ੍ਹਾਂ ਬਿਲਕੁਲ ਹੁਸ਼ਿਆਰ ਰਹਿੰਦਾ ਹੈ, ਆਪਣਾ ਬੂਟ ਪੱਟੀ ਜੋ ਸਮਾਨ ਹੁੰਦਾ ਹੈ ਸਾਰਾ ਸਾਂਭ ਕੇ ਰੱਖਦਾ ਹੈ। ਪਤਾ ਨਹੀਂ ਕਿਹੜੇ ਵੇਲੇ ਮੇਰੀ ਤਬਦੀਲੀ ਹੋ ਜਾਏ ਜਾਂ ਮੈਂ ਕਿਤੇ ਪਾਸੇ ਜਾਣਾ ਪਵੇ। ਇਸੇ ਤਰ੍ਹਾਂ ਹੀ ਨਾਮ ਜਪਣ ਵਾਲਾ ਜਿਹੜਾ ਜੀਵ ਹੈ ਉਹ ਵੀ 24 ਘੰਟੇ ਹੁਸ਼ਿਆਰ ਰਹਿੰਦਾ ਹੈ ਕਿ ਕਿਤੇ ਕੋਈ ਧੋਖਾ ਨਾ ਲੱਗ ਜਾਏ, ਗਲਤੀ ਨਾ ਲੱਗ ਜਾਏ। ਹਾਂਜੀ। ਸਭ ਮਾਇਆ ਮੋਹ ਬਿਖਮ ਜਗ ਤਰੀਐ ਸਹਜੇ ਹਰ ਰਸ ਪੀਜੈ। ਮਾਇਆ ਮਾਇਆ ਕੇ ਜੋ ਅਧਿਕਾਈ ਵਿੱਚ ਮਾਇਆ ਪਚੈ ਪਚੀਜੈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਜਿਹੜਾ ਮਾਇਆ ਦਾ ਅਸਕਾਰੀ ਜੀਵ ਹੈ, ਮਾਇਆ ਦਾ ਹੀ ਕੀੜਾ ਬਣਿਆ। ਉਹ ਜਿਸ ਤਰ੍ਹਾਂ ਕਿ ਕੀੜਾ ਗੰਦਗੀ ਵਿੱਚ ਹੀ ਖੁਸ਼ ਰਹਿੰਦਾ ਹੈ, ਇਸੇ ਤਰ੍ਹਾਂ ਉਹ ਵੀ ਉਸ ਮਾਇਆ ਦੇ ਵਿੱਚ ਹੀ ਖੁਸ਼ ਰਹਿੰਦਾ ਹੈ। ਕਈ ਵਾਰ ਇਹ ਸਾਖੀ ਸੁਣਾਈ ਹੈ ਕਿ ਇੱਕ 4 ਕਰੋੜ ਦਾ ਸ਼ਾਹੂਕਾਰ ਸੀ। ਉਸ ਨੇ ਕਦੀ ਵੀ ਕਿਸੇ ਆਪਣੇ ਉਸ ਮਾਇਆ ਨੂੰ ਪਰਮਾਰਥ ਵਿੱਚ ਨਹੀਂ ਲਗਾਇਆ, ਕਿਸੇ ਰਾਹ ਰਸਤੇ 'ਚ ਨਹੀਂ ਲਗਾਇਆ, ਆਪਣੇ ਉੱਤੇ ਵੀ ਨਹੀਂ ਉਸਨੇ ਖਰਚ ਕੀਤਾ, ਕਦੀ ਉਹਦਾ ਸੁੱਖ ਲਿਆ। ਉਹ ਜ਼ਮੀਨ 'ਚ ਦੱਬੀ ਹੋਈ ਮਾਇਆ। ਇੱਕ ਦਿਨ ਉਸ ਜਗ੍ਹਾ ਤੋਂ ਆਵਾਜ਼ ਆਈ ਕਿ ਉਹ ਸ਼ਖਸਾ ਸ਼ਾਹੂਕਾਰਾ, ਮੈਂ ਤੇਰੇ ਘਰੋਂ ਚਲੇ ਜਾਣਾ ਹੈ, ਤੂੰ ਜੋ ਇੰਤਜ਼ਾਮ ਕਰਨਾ ਕਰ ਲੈ। ਉਸਨੇ ਸਭ ਕੁਝ ਵੇਚ ਕੇ ਸੋਨਾ ਖਰੀਦ ਲਿਆ, ਸੋਨੇ ਦੇ ਬੜੇ ਲੰਮੇ ਸਰੀਏ ਬਣਾ ਲਏ, ਇੱਕ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ। ਗਵਲੇ ਥੰਮ ਜਿਹੜੇ ਸੀ ਲੱਕੜ ਦੇ ਉਹਦੇ ਵਿੱਚ ਛੇਕ ਕਰਕੇ ਉਹਨਾਂ ਸਰੀਆਂ ਨੂੰ ਵਿੱਚ ਪਾ ਦਿੱਤਾ, ਮਕਾਨ ਬਣਾ ਲਿਆ। ਮਕਾਨ ਬਣਾ ਕੇ ਆਰਾਮ ਨਾਲ ਬੈਠਾ ਮੰਜੇ 'ਤੇ ਕਹਿੰਦਾ, ਹੇ ਮਾਇਆ, ਹੁਣ ਤੂੰ ਕਿੱਧਰ ਜਾਏਂਗੀ?
तो उसने दसिया ही कि फलाने पिंड मैं जाना, फलाने बंदे दे घर जाना। वो बंदा जिहड़ा सी वो बहुत गरीब सी और लागे एक छोटी जी नदी वगदी सी। जद किते बदल पैना, हाड़ आउणा, उसने जाना, कोई लकड़ मुंड लभनी, वो पाड़ के बाजार बेचनी तो उहदे तों उहने गुजारा करना। उस नदी दे ऐसा होया कि थल्ले थल्ले पानी बगदा बगदा मकान जिहड़ा उन्हें बाहरले पासे बनाया सी वो मकान रुड़ गया। जदों मकान रुड़ गया, कुदरती वो खंभा जिहड़ा थम लकड़ दा रुड़दा गया, उसे बंदे नूं लभ गया, उन्हें बाहर कढ़ लिया, घर लै गया। तो अकल माया विच है। कई बार दस्सिया है कि अकल बंदे च नहीं है, अकल माया च है। जदों माया किसी दे पास आउंदी, अकल आपे आ जांदी नाल ही, आपे ही वो भांडे बरतना शुरू, नवें पुराने कढ़ना शुरू कर दिंदा, नवें खरीदना शुरू कर दिंदा, मकानां दी तब्दीलियां करदा है, हर चीज़ की तब्दीली कर दिंदा है अकल नाल। जदों घर जाके उसने उसनूं पाड़िया, उहदे विचों सरिया सोने निकलिया। अकल आ गई, बेच के दुकान बना ली, दुकान ते सौदा पा लिया, शाह बन के बह गया। जिस दी वो माया गई शाहूकार दी, वो भी ट्राई करने वास्ते, देखने वास्ते कि क्या जदों आवाज़ आई सी मैं देखा उस पिंड गई या उस बंदे दे घर गई या नहीं गई। जदों उसने ट्राई की, उस पिंड चला गया तो ठीक उन्हें दस दिता कि मैनू लकड़ लभी है और वो विच सोने दे सरिए। कहने लगे मेरे घरों आई है। उसने कहा थोड़ी बहुती तू लै जा, चलो गुजारा कर लैने रल मिल के। कहने लगा नहीं, ये हुण मेरे घर रहनी नहीं। उसने कहा तू चलो आटा लै जा थोड़ा बहुता। उन्हें सोने के टोटे छोटे छोटे करके आटे च पा दिते, घर लै गया। मंगत उहदे घर आया, उन्हें बुक भर के आटे का पाया, वो टोटे जिहड़े सोने दे उहदे विच चला गए, मंगत की झोली भी चला गए। मंगत जदों दूसरे उस पिंड आया, उस दुकान पर आके आटा बेचिया। जदों उन्हें हाथ फेरिया तो सोने के टोटे उहदे विच। सोचदा है कि वाकई ही ये जिथों इन्हें जाना जाना हैगा, जिथे रहना उत्थे रहना हैगा। इनू कोई नहीं, ये काग बनेरे का संतां ने दसिया है, ये बनेरे का काग है, कदे उड़ के किते पासे चली जाता, कदे किते चली जाता। असी ये कीड़े बने हैं। असी कहने ये साड़ी है, ये साड़ी नहीं हैगी। इसने सारी दुनिया नूं रवाना तो सारी दुनिया नूं हसाना। कदी किसे किते चले जाना, कदे किते पासे चले जाना। जिथों जांदी उत्थे रोना पै जांदा और जिथे चला जांदी वो हसन लग पैंदे हैगे। ये किसी दी ना अज तक बनी है, ना इसने बनना हैगा। जो गुरु साहब जी बाणी च फरमा रहे, ठीक फरमा रहे। जिहड़े असी माया के कीड़े बन जाने आ, वो कीड़े ही रहने असी, वो चीज़ साढ़े पास रहिंदी है नहीं। हाँ जी। माया माया के जो अधिकाई, बिच माया पचे पची अज्ञान अंधेर महापंथ बिखड़ा, अहंकार पार लद लीजै। गुरु साहब जी बड़े प्यार दे नाल फरमा रहे हैं। एक तो साडा रस्ता बड़ा बिखड़ा है, एक असी अखां तो अन्ने हाँ, एक असी हंकार की पंड सिर ते चुकी है। गुरु साहब जी फरमाउंदे क्या तू अपनी मजले मकसूद ते पहुँचेगा। कोई भी इंसान है, एक रस्ता बिखड़ा होंदा है, अखां तो अन्ना होवे, सिर ते वजन होवे, क्या वो अपनी मंजिल ते जा सकता है। ये साड़ी हालत गुरु साहब जी फरमा रहे हैं। एक असी आप ज्ञानी हाँ, एक साढ़े सिर ते हंकार की पंड पई हैगी, हंकारी हाँ। एक रस्ता बिखड़ा है,
ਕਿਆ ਅਸੀਂ ਆਪਣੇ ਦੇਸ਼ ਜਾ ਸਕਦੇ ਹਾਂ ਇਹਨਾਂ ਚੀਜ਼ਾਂ ਦੇ ਨਾਲ? ਭਾਈ ਸਾਨੂੰ ਅਬ ਗਿਆਨ ਜਿਹੜਾ ਹੈ ਇਹਨੂੰ ਖਤਮ ਕਰਨਾ ਪਏਗਾ, ਸਾਨੂੰ ਗਿਆਨੀ ਬਣਨਾ ਪਏਗਾ। ਗਿਆਨ ਧਿਆਨ ਤੁਨ ਜਾਣੀਏ ਕਥ ਕਹਾਵੇ ਸੋਏ। ਗਿਆਨ ਗੱਲਾਂ ਦਾ ਨਹੀਂ, ਜਦੋਂ ਸਾਡਾ ਧਿਆਨ ਪੂਰਾ ਮੁਰਸ਼ਿਦ ਦੀ ਤਰਫ ਹੋਏਗਾ, ਸਾਡੇ ਅੰਦਰ ਜਿਹੜੀ ਤੁਣ ਸ਼ਬਦ ਹੈ ਉਹ ਸ਼ਬਦ ਪ੍ਰਗਟ ਹੋ ਜਾਏਗਾ। ਜਦੋਂ ਸ਼ਬਦ ਸਾਡੇ ਅੰਦਰ ਪ੍ਰਗਟ ਹੋਏਗਾ ਅਸੀਂ ਪੂਰੇ ਗਿਆਨੀ ਤਦ ਬਣ ਸਕਦੇ ਹਾਂ। ਇਹਦਾ ਨਹੀਂ, ਇਹਦਾ ਅਸੀਂ ਗਿਆਨੀ ਨਹੀਂ ਬਣ ਸਕਦੇ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ। ਹਾਂਜੀ, ਅਗਿਆਨ ਅੰਧੇਰ ਮਹਾਪੰਥ ਬਿਖੜਾ, ਅਹੰਕਾਰ ਭਾਰ ਲੱਦ ਲੀਜੈ, ਸਤਿਗੁਰ ਮਿਲੇ ਤਾ ਨਾਮ ਦਿਰੜਾਏ, ਰਾਮ ਨਾਮੈ ਰਲੈ ਮਲੀਜੈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਿਹਾ ਹੈ, ਸਤਿਗੁਰ ਮਿਲੇ। ਜਦੋਂ ਸਤਿਗੁਰ ਮਿਲੇਗਾ ਉਹ ਸਾਨੂੰ ਨਾਮ ਦਾਨ ਦੇਗਾ, ਉਹ ਨਾਮ ਜਪਾ ਕੇ ਸਾਨੂੰ ਆਪਣੇ ਦੇਸ਼ ਲੈ ਜਾਏਗਾ, ਉਹ ਸਾਡੀ ਕਲਿਆਣ ਕਰ ਦੇਗਾ, ਸਾਡਾ 84 ਦਾ ਚੱਕਰ ਖਤਮ ਹੋ ਜਾਏਗਾ। ਹਾਂਜੀ, ਸਤਿਗੁਰ ਮਿਲੇ ਤਾ ਨਾਮ ਦਿਰੜਾਏ, ਰਾਮ ਨਾਮੈ ਰਲੈ ਮਲੀਜੈ, ਨਾਨਕ ਰਾਮ 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 ਰਾਮ, ਰਾਮ ਰਾਮੈ ਤੇ ਗਤ ਕੀਜੈ। ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦ ਸਮਾਪਤ ਕਰਦੇ ਹੋਏ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਤੈਨੂੰ ਰਾਮ ਦੇ ਨਾਲ ਇਸ ਤਰ੍ਹਾਂ ਹੀ ਰਮ ਜਾਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਮਿੱਠੇ ਔਰ ਪਾਣੀ ਦਾ ਇੱਕ ਮੇਲ ਹੋ ਜਾਂਦਾ। ਮਿੱਠਾ ਪਾਣੀ ਦੇ ਵਿੱਚ ਘੁਲ ਕੇ ਪਾਣੀ ਬਣ ਜਾਂਦਾ ਔਰ ਉਹਦਾ ਨਾਂ ਤਬਦੀਲ ਹੋ ਜਾਂਦਾ, ਨਾ ਹੀ ਬਦਲ ਜਾਂਦਾ। ਨਾ ਪਾਣੀ ਨੂੰ ਕੋਈ ਪਾਣੀ ਕਹਿੰਦਾ, ਮਿੱਠੇ ਨੂੰ ਮਿੱਠਾ ਨਹੀਂ ਕਹਿੰਦਾ, ਉਹਦਾ ਨਾਂ ਹੀ ਹੋਰ ਬਦਲ ਜਾਂਦਾ। ਫਿਰ ਉਹਦੇ 'ਤੇ ਲੇਬਲ ਲੱਗ ਜਾਂਦੇ, ਫਿਰ ਉਹਦੀ ਕੀਮਤ ਬਣ ਜਾਂਦੀ ਹੈ। ਹੁਣ ਉਹੀ ਸ਼ਰਬਤ ਜਿਹੜਾ ਬੋਤਲਾਂ 'ਚ ਹੁੰਦਾ ਹੈ, ਉਹੀ ਖੰਡ ਪਈ ਹੁੰਦੀ ਹੈ, ਪਾਣੀ ਅਲੱਗ-ਅਲੱਗ ਹੁੰਦਾ ਹੈਗਾ। ਜਿਹੜਾ ਬੋਤਲਾਂ 'ਚ ਹੁੰਦਾ ਉਹਦੀ ਕੀਮਤ ਨਹੀਂ ਹੁੰਦੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਤੇਰਾ ਫਰਜ਼ ਹੈ ਤੂੰ ਰਾਮ ਦੇ ਨਾਲ ਇਸ ਤਰ੍ਹਾਂ ਰਮ ਜਾ, ਇੱਕ ਮਿੱਕ ਹੋ ਜਾ, ਜਿਸ ਤਰ੍ਹਾਂ ਮਿੱਠੇ ਔਰ ਪਾਣੀ ਦਾ ਮੇਲ ਹੋ ਗਿਆ। ਹਾਂਜੀ, ਨਾਨਕ ਰਾਮ 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 ਰਾਮ, ਰਾਮ ਰਾਮੈ ਤੇ ਗਤ ਕੀਜੈ।